ਬੱਚਿਆਂ ਨੂੰ ਯਾਦ ਰੱਖਣ ਜੀ ਕਿ ਇਹਨਾਂ ਨੂੰ ਦਿੱਲੀ ਦੇ ਬਾਰਡਰ ਦੇ ਉੱਤੇ ਲੈ ਕੇ ਕੌਣ ਗਿਆ ਸੀ। ਇਹ ਨੌਜਵਾਨ ਲੈ ਕੇ ਗਏ ਸੀ। ਇਹ ਤਾਂ ਆਲਰੇਡੀ ਇਹਨਾਂ ਦਾ ਮਨ ਸੀਗਾ ਕਿ ਸਾਨੂੰ ਜਿੱਥੇ ਹਰਿਆਣੇ ਦੀ ਪੁਲਿਸ ਰੋਕ ਲੂਗੀ ਅਸੀਂ ਉੱਥੇ ਬੈਠ ਜਾਵਾਂਗੇ। ਇਹਦਾ ਪਿੱਛੋਂ ਧੱਕਾ ਮਾਰਿਆ ਆਣ ਕੇ ਨੌਜਵਾਨਾਂ ਨੇ ਤੇ ਸਾਰੇ ਹਰਿਆਣੇ ਦੇ ਬੈਰੀਕੇਡ ਤੋੜ ਕੇ ਉਹ ਬਾਰਡਰ ਦਿੱਲੀ ਤੱਕ ਪਹੁੰਚ ਗਏ। ਉਹ ਕਹਿੰਦੇ ਜਿਹੜਾ ਸਾਨੂੰ ਮਨਜ਼ੂਰਸ਼ੁਦਾ ਰੂਟ ਦਿੱਤਾ ਸੀ ਨਾ ਦਿੱਲੀ ਪੁਲਿਸ ਨੇ, ਜਦੋਂ ਅਸੀਂ ਉਸ ਰੂਟ ਵੱਲ ਨੂੰ ਮੁੜਨਾ ਸੀਗਾ ਉੱਥੇ ਬੈਰੀਕੇਡਿੰਗ ਸੀਗੀ। ਸਾਨੂੰ ਗਵਰਨਮੈਂਟ ਨੇ ਮਜਬੂਰ ਕੀਤਾ ਕਿ ਤੁਸੀਂ ਸਿੱਧਾ ਹੀ ਜਾਣਾ ਵਾ ITO ਵੱਲ ਨੂੰ। ਦੀਪ ਸਿੱਧੂ ਤੇ ਇਲਜ਼ਾਮ ਲੱਗ ਰਿਹਾ ਕਿ ਜੀ ਇਹ ਇਕੱਲਾ ਲੈ ਗਿਆ ਉੱਥੇ ਕੁੰਡਲੀ ਤੇ ਸਿੰਘੂ ਦੀ ਹਜੂਮ ਨੂੰ ਲਾਲ ਕਿਲੇ, ਪਰ ਜਿਹੜੇ ਗਾਜ਼ੀਪੁਰ ਬਾਰਡਰ ਤੋਂ ਆਏ ਨੇ ਉੱਥੇ ਉਹ ਤਾਂ ਨਹੀਂ ਇਹ ਲੈ ਕੇ ਗਿਆ ਇਕੱਲਾ। ਦਿੱਲੀ ਦੇ ਵਿੱਚ ਹਰ ਥਾਂ ਦੇ ਉੱਤੇ CCTV ਕੈਮਰਾਸ ਲੱਗੇ ਹੋਏ ਨੇ। ਉੱਥੋਂ ਸਾਰਾ ਗੱਲ ਪਤਾ ਲੱਗ ਜਾਣਾ ਸੀ ਕਿ ਬੈਰੀਕੇਡਿੰਗ ਪੁਲਿਸ ਨੇ ਕਿਹੜੇ ਪਾਸੇ ਲੋਕਾਂ ਨੂੰ ਜਾਣ ਦਾ ਰਾਹ ਖੋਲ੍ਹਿਆ, ਕਿੱਥੇ ਰਾਹ ਬੰਦ ਕੀਤਾ। ਜਿਹੜਾ ਤਿਰੰਗਾ ਹੈ ਉਹ ਤਾਂ ਲਾਲ ਕਿਲੇ ਦੇ ਅੱਜ ਵੀ ਉੱਥੇ ਝੂਲ ਰਿਹਾ ਵਾ। ਹਰ ਕਿਸਾਨ ਦੇ ਹੱਥ ਵਿੱਚ ਤਿਰੰਗਾ ਸੀ, ਹਰ ਟਰੈਕਟਰ ਦੇ ਉੱਤੇ ਝੰਡੇ ਦੇ ਉੱਤੇ ਤਿਰੰਗਾ ਸੀਗਾ। ਜੇ ਉਹਨਾਂ ਨੇ ਤਿਰੰਗੇ ਦਾ ਅਪਮਾਨ ਕਰਨਾ ਸੀਗਾ ਤੇ ਉਹ ਪਹਿਲਾਂ ਇਹਨਾਂ ਨੂੰ ਨਾਲ ਝੰਡਿਆਂ ਨੂੰ ਆਪਣੇ ਹੱਥਾਂ 'ਚ ਨਾ ਫੜਦੇ। ਕੈਪਟਨ ਅਮਰਿੰਦਰ ਸਿੰਘ ਕੀ, ਸੁਖਬੀਰ ਬਾਦਲ ਕੀ, ਭਗਵੰਤ ਮਾਨ ਕੀ, ਫਲਾਨਾ ਕੀ, ਟਿਮਕਾਨਾ ਕੀ, ਇਹਨਾਂ ਨੇ ਇੰਨੀ ਕੰਡੈਮਨੇਸ਼ਨ ਕੀਤੀ। ਅਸੀਂ ਹਿੰਸਾ ਦੇ ਸਖਤ ਖਿਲਾਫ। ਹਿੰਸਾ ਉੱਥੇ ਕਿਹੜੀ ਹੋਈ ਸੀ ਦੱਸਿਓ ਜਰਾ। ਹਿੰਸਾ ਤਾਂ ਉਲਟਾ ਪੁਲਿਸ ਨੇ ਕੀਤੀ, ਨਵਰੀਤ ਨੂੰ ਗੋਲੀ ਮਾਰ ਕੇ ਮਾਰ ਦਿੱਤੀ ਹੈ। ਇਹ ਮੋਰਚਾ 26 ਤੋਂ ਪਹਿਲਾਂ ਟੋਟਲ 100% ਕਮਾਂਡ ਜਿਹੜੀ ਸੀ ਉਹ ਪੰਜਾਬ ਦੀ ਲੀਡਰਸ਼ਿਪ ਦੇ ਹੱਥ ਵਿੱਚ ਸੀ। 26 ਦੇ ਇੰਸੀਡੈਂਟ ਤੋਂ ਬਾਅਦ ਇਹ ਸਾਰੀ ਜਿਹੜੀ ਬਾਰਗੇਨਿੰਗ ਪਾਵਰ ਸੀ ਗਵਰਨਮੈਂਟ ਆਫ ਇੰਡੀਆ ਨਾਲ, ਅਸੀਂ ਆਪ ਹੀ ਆਪਣੇ ਕੋਲੋਂ ਚੱਕ ਕੇ ਤੇ ਰਕੇਸ਼ ਟਕੈਤ ਨੂੰ ਦੇ ਦਿੱਤਾ। ਨਿਸ਼ਾਨ ਸਾਹਿਬ ਕੋਈ ਖਾਲਿਸਤਾਨ ਦਾ ਝੰਡਾ ਥੋੜ੍ਹਾ, ਬਿਲਕੁਲ ਨਹੀਂ ਹੈ। ਜੋ ਖਾਲਸਾ ਏਡ ਕਰਦਾ ਕੰਮ ਹੁਣ ਉੱਤਰਾਖੰਡ ਪਹੁੰਚੇ ਹੋਏ ਨੇ, ਉਹ ਲੰਗਰ 'ਚ ਸੇਵਾ ਹੋ ਰਹੀ ਤੇ ਨਿਸ਼ਾਨ ਸਾਹਿਬ ਦੇ ਤਹਿਤ। ਇਹ ਜਿਹੜਾ ਵਿਸ਼ਿਅਸ ਪ੍ਰੋਪੇਗੈਂਡਾ ਹੋਇਆ ਨਿਸ਼ਾਨ ਸਾਹਿਬ ਦੇ ਖਿਲਾਫ, ਉਹਨੂੰ ਖਾਲਿਸਤਾਨੀ ਝੰਡੇ ਦੇ ਨਾਲ ਜੋੜ ਦਿੱਤਾ। ਘੱਟੋ ਘੱਟ ਅਸੀਂ ਉਹਨੂੰ ਤਾਂ ਡਿਫੈਂਡ ਕਰਦੇ, ਅਸੀਂ ਤਾਂ ਨਿਸ਼ਾਨ ਸਾਹਿਬ ਵੀ ਡਿਫੈਂਡ ਨਹੀਂ ਕੀਤਾ। ਕੀ ਲੱਗਦਾ ਨਹੀਂ ਕਿ ਇਹ ਵੀ ਇੱਕ ਸਾਜ਼ਿਸ਼ ਹੋਈ ਹੈ ਜਿਸ ਪੰਜਾਬ ਦੇ ਸਿਆਸਤਦਾਨ ਜਿਨ੍ਹਾਂ ਦੇ ਤੁਸੀਂ ਨਾਂ ਗਣਾਏ ਨੇ, ਹੋਰ ਸਿਆਸੀ ਧਿਰਾਂ ਨੇ ਜਿਹੜੀਆਂ ਉਹਨਾਂ ਨੂੰ ਆਪਣੀ ਸਿਆਸੀ ਜ਼ਮੀਨ ਖਿਸਕਦੀ ਵੇਖ ਕੇ, ਕਿਸਾਨ ਅੰਦੋਲਨ 'ਚੋਂ ਇੱਕ ਵੱਡੀ ਸਿਆਸੀ ਲੀਡਰਸ਼ਿਪ ਉੱਭਰਦੀ ਵੇਖ ਕੇ ਜਿਹੜਾ ਹੈਗਾ ਇਸ ਸਾਜ਼ਿਸ਼ ਦੇ ਵਿੱਚ ਕਿਤੇ ਨਾ ਕਿਤੇ ਤਿਲ ਫੁੱਲ ਵੀ ਸੁੱਟਿਆ ਹੋਵੇ। ਤੁਹਾਡਾ ਥਰਡ ਫਰੰਟ ਦਾ ਸੁਪਨਾ ਸੀ ਜਿਹੜਾ ਪਿਛਲੇ 2-3 ਸਾਲਾਂ ਤੋਂ ਚੱਲ ਰਿਹਾ ਸੀ। ਤੁਸੀਂ ਆਪਣੀ ਸਥਿਤੀ ਕੀ ਮੰਨਦੇ ਹੋ? ਤੁਸੀਂ ਵੀ ਇਨਸਿਕਿਉਰ ਫੀਲ ਕਰਦੇ ਹੋ? ਉਧਰ ਬੰਦੇ ਮਰ ਰਹੇ ਨੇ, ਇਹਨਾਂ ਨੂੰ ਚੋਣਾਂ ਦੀ ਪਈ ਹੈ। ਕਿਸਾਨ ਅੰਦੋਲਨ ਕਹਿੰਦਾ ਸਾਡੀ ਸਟੇਜ ਤੇ ਨਾ ਆਓ, ਨਾ ਜਾਣ। ਬਾਕੀ ਸੜਕਾਂ ਬਥੇਰੀਆਂ ਵਿਹਲੀਆਂ ਪਈਆਂ ਸੀ। ਇੱਕ ਸੜਕ ਦੇ ਉੱਤੇ ਸਾਰੀ 117 MLA ਤੇ 13 ਲੋਕ ਸਭਾ ਦੇ ਮੈਂਬਰ ਤੇ 7-8 ਰਾਜ ਸਭਾ ਦੇ ਜਾ ਕੇ ਬੈਠਦੇ, ਆਪੇ ਮਸਲਾ ਹੱਲ ਹੋ ਜਾਣਾ ਸੀ। ਦੋਸਤੋ, ਕਿਸਾਨ ਅੰਦੋਲਨ ਜਿਹੜਾ ਹੈਗਾ ਲਗਭਗ 2.5 ਮਹੀਨੇ ਹੋਣ ਆਏ ਨੇ। ਕਿਸਾਨ ਅੰਦੋਲਨ ਦੇ ਦੌਰਾਨ ਪੰਜਾਬੀਆਂ ਨੂੰ ਖਾਸ ਕਰ 2-3 ਮੁਹਾਜਾਂ ਦੇ ਉੱਤੇ ਲੜਾਈ ਲੜਨੀ ਪੈ ਰਹੀ ਹੈ। ਇੱਕ ਤਾਂ ਲੜਾਈ ਜੋ ਸਪਸ਼ਟ ਤੌਰ ਤੇ ਨਜ਼ਰ ਆ ਰਹੀ ਹੈ ਦਿੱਲੀ ਦੀਆਂ ਬਰੂਹਾਂ ਤੇ ਲੜੀ ਜਾ ਰਹੀ ਹੈ, ਜਿਸ 'ਚ 26 ਜਨਵਰੀ ਵਰਗੀਆਂ ਘਟਨਾਵਾਂ ਵਾਪਰਦੀਆਂ ਨੇ। ਦੂਜੀ ਲੜਾਈ ਉਹ ਹੈ ਜਿਹੜੇ 150 ਤੋਂ ਉੱਤੇ ਕਿਸਾਨ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਨੂੰ ਆਪਾਂ ਹੁਣ ਸ਼ਹੀਦ ਮੰਨਦੇ ਹਾਂ ਕਿਸਾਨ ਅੰਦੋਲਨ ਦੇ, ਉਹਨਾਂ ਦੇ ਪਰਿਵਾਰਾਂ ਨੂੰ ਸਾਂਭਣ ਦੀ ਆ, ਉਹਨਾਂ ਨੂੰ ਢਾਰਸ ਦੇਣ ਦੀ ਹੈ। ਇੱਕ ਲੜਾਈ ਉਹ ਹੈ ਜਿਹੜੇ 26 ਜਨਵਰੀ ਵਾਲੇ ਦਿਨ ਘਟਨਾਕ੍ਰਮ ਨੂੰ ਲੈ ਕੇ ਸਣੇ ਦੀਪ ਸਿੱਧੂ, ਜਿਹੜੇ ਦੀਪ ਸਿੱਧੂ ਦਾ ਆਪਾਂ ਨੂੰ ਪਤਾ ਹੈ TV 'ਚ ਆ ਗਿਆ ਕਿ ਉਹਨੂੰ ਚੁੱਕਿਆ ਗਿਆ ਹੈ। ਬਹੁਤ ਸਾਰੇ ਨੌਜਵਾਨ ਬਜ਼ੁਰਗ ਇੱਥੋਂ ਤੱਕ ਕਿ ਇਹ ਨੇ ਜਿਨ੍ਹਾਂ ਦਾ ਬਾਰੇ ਪਤਾ ਨਹੀਂ ਲੱਗ ਰਿਹਾ ਕਿ ਉਹ ਕਿੱਥੇ ਨੇ ਕਿੱਥੇ ਨਹੀਂ। ਇੱਕ ਉਹ ਲੜਾਈ ਹੈ। ਇਹ 3 ਮੁਹਾਜਾਂ ਦੇ ਉੱਤੇ ਲੜਾਈ ਹੋ ਗਈ ਹੈ। ਪੰਜਾਬ ਦੇ ਵਿੱਚ ਲੜਾਈ ਨੂੰ ਸਾਂਭ ਰਹੇ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਬਹੁਤ ਵੱਡੇ, ਬਹੁਤ ਨਾਮਵਰ ਵਕੀਲ ਜਿਹੜੇ ਨੇ, ਵੱਡੀ ਗਿਣਤੀ 'ਚ ਜਿਹੜੇ ਦਿੱਲੀ ਵੀ ਜਾ ਕੇ ਆਏ ਨੇ ਤੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਖੁੱਲ੍ਹਾ ਸੱਦਾ ਦੇ ਰਹੇ ਨੇ ਕਿ ਉਹ ਫ੍ਰੀ ਅਸਿਸਟੈਂਸ ਜਿਹੜੀ ਹੈ ਉਹ ਦੇਣਗੇ ਅਦਾਲਤਾਂ ਦੇ ਵਿੱਚ। ਪਰ ਰਾਜਨੀਤਿਕ ਪ੍ਰੈਸ਼ਰ ਬਣਾਉਣਾ ਸਾਰਿਆਂ ਦੇ ਉੱਤੇ, ਦਿੱਲੀ ਪੁਲਿਸ ਦੇ ਉੱਤੇ ਵੀ, ਕੇਂਦਰ ਸਰਕਾਰ ਦੇ ਉੱਤੇ ਵੀ, ਪੰਜਾਬ ਦੀ ਸਰਕਾਰ ਦੇ ਉੱਤੇ ਵੀ, ਪੰਜਾਬ ਦੀ ਸਰਕਾਰ ਉੱਤੇ ਇਸ ਤਰ੍ਹਾਂ ਕਿ ਉਹ ਆਪਣੇ ਪੰਜਾਬ ਦੇ ਵਿੱਚ ਬੈਠੇ ਲੋਕਾਂ ਨੂੰ ਸਾਂਭੇ, ਇੱਥੋਂ ਗੁੰਮ ਹੋਏ ਲੋਕਾਂ ਦੇ ਸਾਂਭੇ, ਉਹਨਾਂ ਦੀ ਹੈਬੀਅਸ ਕਾਰਪਸ ਜਿਹੜੀਆਂ ਭਾਵੇਂ ਦਿੱਲੀ ਹਾਈ ਕੋਰਟ 'ਚ ਪੈਣੀਆਂ ਨੇ, ਜਿੱਥੇ ਵੀ ਪੈਣੀਆਂ ਨੇ, ਉਹਨਾਂ 'ਚ ਪੈਰਵੀ ਲਈ ਫ੍ਰੀ ਜਿਹੜੀ ਲੀਗਲ ਅਸਿਸਟੈਂਸ ਤਾਂ ਘੱਟੋ ਘੱਟ ਦੇਵੇ। ਇਸ ਰਾਜਨੀਤਿਕ ਮੁਹਾਜ਼ ਤੋਂ ਲੜਾਈ ਦੀ ਸ਼ੁਰੂਆਤ ਕਰਨ ਵਾਲਿਆਂ 'ਚ ਮੋਹਰੀ ਰਹੇ ਨੇ ਸਰਦਾਰ ਸੁਖਪਾਲ ਸਿੰਘ ਖਹਿਰਾ, ਜੋ ਕਿ ਵਿਧਾਇਕ ਨੇ। ਇਸ ਵਕਤ ਸਾਡੇ ਨਾਲ ਖਹਿਰਾ ਸਾਹਿਬ ਬਣੇ ਹੋਏ ਨੇ। ਖਹਿਰਾ ਸਾਹਿਬ, ਤੁਹਾਡਾ ਸਵਾਗਤ ਹੈ। ਬਹੁਤ ਸ਼ੁਕਰੀਆ ਜੀ। ਜਿਵੇਂ ਮੈਂ 3 ਕੈਟਾਗਰੀ 'ਚ ਵੰਡਣ ਦੀ ਕੋਸ਼ਿਸ਼ ਕੀਤੀ ਹੈ। ਤੀਜੇ ਫਰੰਟ ਦੀ ਆਪਾਂ ਜੇ ਗੱਲ ਛੋਈਏ ਤਾਂ ਅੱਜ ਤੁਸੀਂ ਇੱਕ ਨਵਾਂ ਕੇਸ ਚੁੱਕਿਆ ਹੈ, ਜੋ ਵੱਡਾ ਕੇਸ ਹੈ, ਕਿਸੇ ਬਜ਼ੁਰਗ ਦਾ ਕੇਸ ਹੈ। ਉਸ ਕੇਸ ਬਾਰੇ ਪਹਿਲਾਂ ਦੱਸੋ। ਨੀਲ ਜੀ, ਅੱਜ ਜਿਹੜਾ ਲੇਟੈਸਟ ਮਾਮਲਾ ਮੇਰੇ ਧਿਆਨ ਵਿੱਚ ਆਇਆ, ਇੱਕ ਇਲਾਹੀ ਪਿੰਡ ਹੈ ਖੰਨੇ ਜ਼ਿਲ੍ਹੇ ਵਿੱਚ। ਉੱਥੋਂ ਦਾ ਇੱਕ ਬਜ਼ੁਰਗ 75 ਸਾਲ ਦਾ ਜ਼ੋਰਾਵਰ ਸਿੰਘ ਜੀ, ਔਰ ਉਹ ਲਗਾਤਾਰ ਕਿਸਾਨ ਅੰਦੋਲਨ, ਪਹਿਲਾਂ ਉਹ ਸ਼ੰਭੂ ਦੇ ਨੇੜੇ ਰੇਲਵੇ ਟਰੈਕਸ ਤੇ ਬੈਠਾ ਸੀ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਨਵੰਬਰ 'ਚ। ਹਾਂ, ਫਿਰ ਉਸ ਤੋਂ ਬਾਅਦ ਜਦੋਂ ਸਾਰਾ ਮੋਰਚਾ ਸ਼ਿਫਟ ਹੋ ਗਿਆ ਦਿੱਲੀ, ਹਾਂਜੀ, ਉਹ ਫਿਰ ਦਿੱਲੀ ਚਲੇ ਗਏ।
ਉਹ 26 ਤਰੀਕ ਦੇ ਇਨਸੀਡੈਂਟ ਤੋਂ ਬਾਅਦ ਇਹ 75 ਸਾਲ ਦਾ ਬਜ਼ੁਰਗ ਹੈ। ਕੋਈ ਨੌਜਵਾਨ ਜਿਹੜਾ ਝੰਡੇ ਨੂੰ ਅਪਮਾਨ ਕਰਨ ਦੇ ਇਲਜ਼ਾਮ ਲਾਉਂਦੀ ਗਵਰਨਮੈਂਟ ਜਾਂ ਕੋਈ ਅਰਾਜਕਤਾ ਫੈਲਾਉਣਾ, ਉੱਦਾਂ ਦਾ ਬੰਦਾ ਨਹੀਂਗਾ। ਇਹ ਸਦਾ ਹੀ ਕਿਸਾਨ ਅੰਦੋਲਨ ਵਿੱਚ ਹਰ ਥਾਂ ਪਹੁੰਚਦੇ ਰਿਹਾ। ਉਹਦੇ ਪਰਿਵਾਰ ਦਾ ਤੇ ਇਲਾਕੇ ਨਿਵਾਸੀਆਂ ਦਾ ਕਹਿਣਾ ਇਹ ਹੁਣ 26 ਤੋਂ ਬਾਅਦ ਇਹ ਮਿਸਿੰਗ ਹੈ। ਜਿਹੜੀ ਸਰਕਾਰ ਨੇ ਲਿਸਟ ਰਿਲੀਜ਼ ਕੀਤੀ ਆ ਉਹਦੇ ਵਿੱਚ ਇਹਦਾ ਨਾਮ ਹੈ ਨਹੀਂਗਾ। ਜਿਹੜੀ ਸਟੇਟਸ ਰਿਪੋਰਟ ਸਰਕਾਰ ਨੇ ਕਿਹਾ ਨਾ ਕਿ ਇੰਨੇ ਬੰਦੇ ਫੜ ਲਏ, ਇੰਨਿਆਂ ਦੇ ਪਰਚੇ ਦਰਜ ਹੋ ਗਏ, ਇੰਨੇ ਜੇਲ੍ਹ 'ਚ ਨੇ, ਦਿੱਲੀ ਪੁਲਿਸ ਨੇ ਕਿਹਾ ਹਾਂ ਇੰਨੇ ਹਸਪਤਾਲ 'ਚ ਨੇ, ਉਹਦੇ 'ਚ ਹੈ ਨਹੀਂ ਨਾਮ ਜੀ। ਇਹ ਮੈਂ ਇਸ ਨੂੰ ਮੇਰੇ ਸਾਹਮਣੇ ਜਦੋਂ ਗੱਲ ਆਈ, ਇਹ ਟਵਿੱਟਰ ਤੋਂ ਮੈਂ ਉਹਦੀ ਲੜਕੀ ਨੂੰ ਰੋਂਦੇ ਦੇਖਿਆ, ਪਰਮਜੀਤ ਕੌਰ ਨੂੰ। ਹਾਂਜੀ। ਫਿਰ ਮੈਂ ਉਹਨਾਂ ਨਾਲ ਕੱਲ੍ਹ ਰਾਤ ਹੀ ਸੰਪਰਕ ਕੀਤਾ ਜੀ। ਅੱਜ ਸਵੇਰੇ ਉਹਦੀ ਕਾਨਫਰੰਸ ਕਾਲ ਕਰਾਈ। ਇੱਕ ਬਹੁਤ ਅੱਛੀ ਲੇਡੀ ਵਕੀਲ ਹੈ ਜਿਹੜੀ ਹਿਊਮਨ ਰਾਈਟਸ ਕੇਸਿਸ ਲੜਦੀ ਹੈ, ਵਰਿੰਦਾ ਗਰੋਵਰ ਜੀ ਜੀ ਜੀ। ਮੈਂ ਉਹਨਾਂ ਨਾਲ ਪਿੱਛੇ ਹੀ ਸੰਪਰਕ ਕੀਤਾ ਸੀਗਾ ਨਵਰੀਤ ਦੇ ਕੇਸ, ਜਿਹੜਾ ਉੱਤਰ ਪ੍ਰਦੇਸ਼ ਦਾ ਡੈਥ ਹੋਈ ਹੈ ਜਿਹਨਾਂ ਦੀ, ਜਿਹੜਾ ਮੁੰਡਾ ਮਾਰਿਆ ਗਿਆ ਸੀ ਗਾਜ਼ੀਪੁਰ ITO ਕ੍ਰਾਸਿੰਗ ਦੇ ਵਿੱਚ, ਜਿਹਨੂੰ ਗੋਲੀ ਮਾਰ ਕੇ ਦਿੱਲੀ ਪੁਲਿਸ ਨੇ ਮਾਰਤਾ ਜੀ, ਰੁਦਰਪੁਰ ਦਾ। ਹਾਂਜੀ। ਉਸ ਤੋਂ ਬਾਅਦ ਮੈਂ ਇਸ ਪਰਮਜੀਤ ਕੌਰ ਦੀ ਅੱਜ ਸਵੇਰੇ ਗੱਲ ਕਰਾਈ। ਔਰ ਹੈਬੀਅਸ ਕਾਰਪਸ ਜਿਹੜਾ ਤੁਸੀਂ ਜ਼ਿਕਰ ਕੀਤਾ, ਜਦੋਂ ਐਨੀਬਡੀ ਇਜ਼ ਮਿਸਿੰਗ, ਸਾਡਾ ਫੰਡਾਮੈਂਟਲ ਰਾਈਟ ਹੈ ਟੂ ਲਾਈਫ ਐਂਡ ਲਿਬਰਟੀ, ਉਸ ਦੇ ਅਧੀਨ ਅਸੀਂ ਇਹਦੇ ਹੈਬੀਅਸ ਕਾਰਪਸ ਤਾਂ ਪਵਾਵਾਂਗੇ ਜੀ। ਪਰ ਨਾਲ ਦੀ ਨਾਲ ਜਦ ਤੱਕ ਉਹਨੇ ਮੈਨੂੰ ਮੈਡਮ ਵਰਿੰਦਾ ਗਰੋਵਰ ਨੇ ਪ੍ਰੋਮਿਸ ਕੀਤਾ ਕਿ ਮੈਂ ਇੱਕ ਅੱਧੇ ਦਿਨ ਦੇ ਵਿੱਚ ਦਿੱਲੀ ਦੇ ਸਾਰੀ ਪੁਲਿਸ ਦੇ ਪੁਲਿਸ ਸਟੇਸ਼ਨਸ, ਹਸਪੀਟਲ, ਤਿਹਾੜ ਜੇਲ੍ਹ, ਸਾਰਾ ਸਟੇਟਸ ਚੈੱਕ ਕਰਕੇ ਆਪਾਂ ਉਹਨਾਂ ਨੂੰ ਦੱਸ ਸਕਾਂਗੇ ਜੀ। ਔਰ ਇਹੀ ਲੇਡੀ ਨੇ ਹੁਣ ਲੇਟੈਸਟ ਪਟੀਸ਼ਨ ਅੱਜ ਦਾਇਰ ਹੋ ਚੁੱਕੀ ਆ ਸਪੈਸ਼ਲ ਮੈਂਸ਼ਨ ਨਾਲ, ਨਵਰੀਤ ਸਿੰਘ ਦੀ, ਜਿਹੜਾ ਉੱਥੇ ITO ਕ੍ਰਾਸਿੰਗ ਦਿੱਲੀ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋਇਆ ਜੀ। ਸੋ ਇੱਕ ਬਹੁਤ ਵੱਡੀ ਚੁਣੌਤੀ ਆ ਪੰਜਾਬ ਦੇ ਲਈ। ਦੇਖੋ, ਸੰਘਰਸ਼ ਭਾਵਾਂ ਕਿਸਾਨ ਅੰਦੋਲਨ ਆਪਾਂ ਕਹੀਏ ਕਿ ਉੱਤਰ ਪ੍ਰਦੇਸ਼ ਦਾ, ਉੱਤਰਾਖੰਡ ਦਾ, ਰਾਜਸਥਾਨ ਦਾ, ਹਰਿਆਣੇ ਦਾ, ਪੰਜਾਬ ਦਾ, ਨੋ ਡਾਊਟ ਜੀ। ਪਰ ਇੱਕ ਗੱਲ ਸਮਝੋ ਕਿ ਪੰਜਾਬ ਦੀ ਵੀ ਬਹੁਤ ਵੱਡੀ ਇਨਵੈਸਟਮੈਂਟ ਹੋ ਗਈ ਇਹਦੇ ਵਿੱਚ ਜੀ। ਪੰਜਾਬ ਦਾ ਐਡੇ ਵੱਡੇ ਪੱਧਰ ਤੇ ਹਿਊਮਨ ਰਿਸੋਰਸ ਜੀ, 250 ਬੰਦੇ ਦਾ ਮਰ ਜਾਣਾ ਉੱਥੇ ਜੀ, ਨਵਰੀਤ ਵਰਗੇ ਦਾ ਗੋਲੀਆਂ 'ਚ ਸ਼ਿਕਾਰ ਹੋ ਜਾਣਾ, ਜ਼ੋਰਾਵਰ ਸਿੰਘ ਦਾ ਮਿਸਿੰਗ ਹੋਣਾ, ਇਸ ਤੋਂ ਇਲਾਵਾ ਜਿਹੜੀ ਸਾਡੀ ਵਰਲਡ ਵਾਈਡ NRIs ਦੀ, ਪੰਜਾਬੀਆਂ ਦੀ ਪੈਸੇ ਦੇ ਪੱਖ ਦੀ ਇਨਵੈਸਟਮੈਂਟ ਹੋਈ ਆ। ਤੁਸੀਂ ਅੰਦਾਜ਼ਾ ਲਾਓ, ਜੇ 3.5 ਲੱਖ ਟਰੈਕਟਰ ਜਾਂਦਾ, ਉਹਦੇ 'ਚੋਂ ਆਪਾਂ ਲਾ ਲਓ ਕਿ 2.5-3 ਲੱਖ ਇਕੱਲਾ ਪੰਜਾਬ ਦਾ ਗਿਆ ਵਾ। ਬਿਲਕੁਲ ਕਿੰਨਾ ਖਰਚਾ ਹੋਇਆ। ਔਰ ਹੁਣ 70-75 ਦਿਨ ਤੋਂ ਉਹ ਦਿੱਲੀ ਬੈਠੇ ਨੇ। ਉਹ ਅਕਸਰ ਉਹਦੇ 'ਚ ਉਹਨਾਂ ਦਾ ਖਾਣ ਪੀਣ ਦਾ ਪ੍ਰਬੰਧ, ਰਹਿਣ ਦਾ ਪ੍ਰਬੰਧ। ਇਸ ਲਈ ਸਾਡੇ ਜਿਹੜੇ ਪੰਜਾਬ ਦੀ ਰਾਜਨੀਤਿਕ ਲੀਡਰਸ਼ਿਪ ਆ, ਉਹ ਮੈਂ ਸਮਝਦਾ ਕਿ ਇਸ ਨੂੰ ਲਾਈਟਲੀ ਰਹਿ ਰਹੀ ਹੈ। ਔਰ ਜਿਹੜੀ ਸਾਡੀ ਕਿਸਾਨ ਅੰਦੋਲਨ ਦੀ ਲੀਡਰਸ਼ਿਪ ਆ, ਠੀਕ ਹੈ, ਉਹ ਬਹੁਤ ਸੁਹਿਰਦ ਨੇ, ਬੜੇ ਅੱਛੇ ਨੇ, ਉਹ ਅਗਵਾਈ ਵੀ ਬੜੀ ਚੰਗੀ ਦੇ ਰਹੇ। ਪਰ ਜਿਹੜੇ ਵੀ 26 ਜਨਵਰੀ ਦੇ ਵਾਕਿਆਤ ਹੋ ਗਏ ਨਾ, ਉਹਨਾਂ ਨੂੰ ਡਿਫੈਂਡ ਕਰਨਾ ਵੀ ਇਹਨਾਂ ਦੀ ਜ਼ਿੰਮੇਵਾਰੀ ਆ। ਪਰ ਮੈਂ ਇੱਥੇ ਤੁਹਾਨੂੰ ਲੜਾ ਚਾਹਾਂਗਾ ਸਵਾਲ। ਇਸ ਵਕਤ ਜੋ ਕਿਸਾਨ ਲੀਡਰਸ਼ਿਪ ਹੈ ਉਹ ਦੁਫਾੜ ਹੋਈ ਪਈ ਹੈ, ਖਾਸ ਕਰ 26 ਜਨਵਰੀ ਦੇ ਘਟਨਾਕ੍ਰਮ ਨੂੰ ਲੈ ਕੇ। ਦੀਪ ਸਿੱਧੂ ਦੀ ਗ੍ਰਿਫਤਾਰੀ ਹੋ ਗਈ ਹੈ, ਤਾਂ ਰਾਜੇਵਾਲ ਸਾਹਿਬ ਇਤਫਾਕਵਸ ਚੰਡੀਗੜ੍ਹ ਸੀਗੇ। ਉਹਨਾਂ ਨੂੰ ਜਦੋਂ ਮੀਡੀਆ ਨੇ ਪੁੱਛਿਆ ਤਾਂ ਨੋ ਕਮੈਂਟ ਹੀ ਉਹਨਾਂ ਦੀ ਜ਼ੁਬਾਨ ਤੇ ਦੀਪ ਸਿੱਧੂ ਦੇ ਮਾਮਲੇ ਦੇ ਵਿੱਚ। ਤਾਂ ਕੀ ਲੱਗਦਾ ਨਹੀਂ ਕਿ ਇੱਥੇ ਜਿਹੜਾ ਹੈਗਾ ਇੱਕ ਸੁਹਿਰਦ ਤੇ ਸਿਆਣੇ ਲੀਡਰਾਂ ਵਾਲਾ ਰੋਲ ਨਹੀਂ ਨਿਭਾਇਆ ਜਾ ਰਿਹਾ? ਨਹੀਂ, ਮੈਂ ਜਿਹੜੀ ਗੱਲ ਕਿਸਾਨ ਅੰਦੋਲਨ ਦੇ ਲੀਡਰਸ਼ਿਪ ਬਾਰੇ ਕਹਿ ਰਿਹਾ ਸੀਗਾ ਨਾ, ਇਹ ਗੱਲ ਉਹ ਯਾਦ ਰੱਖਣ ਜੀ ਕਿ ਇਹਨਾਂ ਨੂੰ ਦਿੱਲੀ ਦੇ ਬਾਰਡਰ ਦੇ ਉੱਤੇ ਲੈ ਕੇ ਕੌਣ ਗਿਆ ਸੀਗਾ? ਇਹ ਨੌਜਵਾਨ ਲੈ ਕੇ ਗਏ ਸੀ। ਇਹ ਤਾਂ ਆਲਰੇਡੀ ਇਹਨਾਂ ਦਾ ਮਨ ਸੀਗਾ ਕਿ ਸਾਨੂੰ ਜਿੱਥੇ ਹਰਿਆਣੇ ਦੀ ਪੁਲਿਸ ਰੋਕ ਲੂਗੀ ਅਸੀਂ ਉੱਥੇ ਬੈਠ ਜਾਾਂਗੇ। ਜਿਵੇਂ ਇਹਦਾ ਪਿੱਛੋਂ ਪਰੰਪਰਿਕ ਤੌਰ ਤੇ ਹੁੰਦਾ ਆਇਆ ਹੁਣ ਤੱਕ ਕਿ ਪੰਜਾਬ ਤੋਂ ਤੁਰੇ ਨੇ, ਭਾਵੇਂ ਬੇਰੁਜ਼ਗਾਰ ਲਾਈਨਮੈਨ ਨੇ, ਚਾਹੇ ਅਧਿਆਪਕ ਨੇ, ਜਿੱਥੇ ਮੋਹਾਲੀ ਦੇ ਬਾਰਡਰ ਤੇ ਅੰਬ ਸਾਹਿਬ ਤੋਂ ਤੁਰੇ ਤੇ ਲਿਆ ਕੇ ਪਿੱਛੇ YPS ਚੌਂਕ ਤੇ ਰੋਕਤਾ। ਇਹਦਾ ਪਿੱਛੋਂ ਧੱਕਾ ਮਾਰਿਆ ਆਣ ਕੇ ਨੌਜਵਾਨਾਂ ਨੇ, ਤੇ ਸਾਰੇ ਹਰਿਆਣੇ ਦੇ ਬੈਰੀਕੇਡ ਤੋੜ ਕੇ ਉਹ ਬਾਰਡਰ ਦਿੱਲੀ ਤੱਕ ਪਹੁੰਚ ਗਏ ਜੀ। ਹੁਣ ਮੰਨ ਲਿਆ ਕਿ 26 ਤਰੀਕ ਨੂੰ ਕੁਝ ਮਾੜਾ ਮੋਟਾ ਕੋਈ 19-21 ਹੋ ਗਿਆ, ਕਿਉਂਕਿ ਕਾਲ 26 ਦੀ ਕਿਹਦੀ ਸੀਗੀ ਜੀ? ਕਿਸਾਨ ਅੰਦੋਲਨ ਦੀ, ਸੰਯੁਕਤ ਮੋਰਚੇ ਦੀ। ਔਰ ਕਾਲ ਦੇ ਵਿੱਚ ਕੀ ਕਿਹਾ ਜਾ ਰਿਹਾ ਸੀਗਾ ਕਿ ਅਸੀਂ ਟਰੈਕਟਰ ਪਰੇਡ ਜਿਹੜੀ ਆ ਦਿੱਲੀ ਦੀ ਰਿੰਗ ਰੋਡ ਤੇ ਕਰਨਾ, ਰਿੰਗ ਰੋਡ ਤੇ ਕਰਾਂਗੇ ਜੀ। ਕੁਝ ਕਿਸਾਨ ਅੰਦੋਲਨ ਦੇ ਲੀਡਰਾਂ ਦਾ ਬਿਆਨ ਇਹ ਵੀ ਆਏ ਸੀਗੇ ਕਿ ਅਸੀਂ ਇਹ ਟਰੈਕਟਰਾਂ ਦੀ ਮਾਰਚ ਦਿੱਲੀ ਦੇ ਪਾਰਲੀਮੈਂਟ ਤੱਕ ਲੈ ਕੇ ਜਾਵਾਂਗੇ, ਅਸੀਂ ਉੱਥੇ ਜਾਵਾਂਗੇ। ਸੋ ਇੱਕ ਮਾਈਂਡਸੈਟ ਲੋਕਾਂ ਦਾ ਬਣ ਚੁੱਕਾ ਸੀਗਾ ਕਿ ਅਸੀਂ ਉੱਥੇ ਜਾਣਾ ਹੀ ਜਾਣਾ ਵਾ ਜੀ। ਲਾਸਟ ਮੂਮੈਂਟ ਤੇ ਇਹਨਾਂ ਨੇ ਕਿਹਾ ਜੀ ਅਸੀਂ 5 ਰੂਟ ਲੈ ਲਏ ਨੇ, ਆਪਾਂ ਰਿੰਗ ਰੋਡ ਤੇ ਨਹੀਂ ਚੜਨਾ। ਹੁਣ ਉੱਥੇ ਜੇ ਫਰਜ਼ ਕਰੋ 3.5 ਲੱਖ ਟਰੈਕਟਰ ਚਲੇ ਗਿਆ ਤੇ ਲੱਖਾਂ ਦੀ ਤਾਦਾਦ 'ਚ ਲੋਕ ਚਲੇ ਗਏ, ਜੇ ਉਹਨਾਂ ਵਿੱਚੋਂ ਕੋਈ 1,50,000 ਆਦਮੀ ਗਲਤ ਰੂਟ ਤੇ ਚਲੇ ਗਿਆ ਤੇ ਉਹਦੇ 'ਚ ਕਿੱਡਾ ਵੱਡਾ ਕੋਈ ਗੁਨਾਹ ਹੋ ਗਿਆ ਸੀਗਾ। ਕਿਉਂਕਿ ਮੈਂ ਜਿੱਦਣ ਗਿਆ ਨਾ ਰੁਦਰਪੁਰ ਨਵਰੀਤ ਦਾ ਅਫਸੋਸ ਕਰਨ ਲਈ ਜੀ, ਮੈਨੂੰ ਉੱਥੇ ਸਾਰੇ ਬੰਦੇ ਬੈਠੇ ਜਿਹੜੇ ਗਾਜ਼ੀਪੁਰ ਬਾਰਡਰ ਤੋਂ ਤੁਰੇ ਨਾ, ਗਾਜ਼ੀਪੁਰ ਬਾਰਡਰ ਤੋਂ ਤੁਰ ਕੇ ਜਦੋਂ ਉਹ ITO ਕ੍ਰਾਸਿੰਗ ਤੱਕ ਆਏ, ਉਹ ਕਹਿੰਦੇ ਜਿਹੜਾ ਸਾਨੂੰ ਮਨਜ਼ੂਰਸ਼ੁਦਾ ਰੂਟ ਦਿੱਤਾ ਸੀ ਨਾ ਦਿੱਲੀ ਪੁਲਿਸ ਨੇ, ਜਦੋਂ ਅਸੀਂ ਉਸ ਰੂਟ ਵੱਲ ਨੂੰ ਮੁੜਨਾ ਸੀਗਾ ਉੱਥੇ ਬੈਰੀਕੇਡਿੰਗ ਸੀਗੀ, ਸਾਨੂੰ ਗਵਰਨਮੈਂਟ ਨੇ ਮਜਬੂਰ ਕੀਤਾ ਕਿ ਤੁਸੀਂ ਸਿੱਧਾ ਹੀ ਜਾਣਾ ਵਾ ITO ਵੱਲ ਨੂੰ। ਕਹਿੰਦੇ ਇੰਨਾ ਪ੍ਰੈਸ਼ਰ ਸੀ ਪਿੱਛੋਂ ਕਿ ਜਦ ਨੂੰ ਅਸੀਂ ਰਿਅਲਾਈਜ਼ ਕੀਤਾ ਅਸੀਂ ITO ਦੀ ਕ੍ਰਾਸਿੰਗ ਤੇ ਪਹੁੰਚ ਚੁੱਕੇ ਤੇ ਸਾਹਮਣੇ ਵੱਡੀ ਤਾਦਾਦ ਵਿੱਚ ਪੁਲਿਸ ਤਾਇਨਾਤ ਸੀਗੀ। ਸੋ ਕਿਤੇ ਨਾ ਕਿਤੇ ਗਵਰਨਮੈਂਟ ਨੇ ਵੀ ਇੱਕ
ਨਿਫਾਰੀਅਸ ਰੋਲ ਪਲੇ ਕੀਤਾ ਕਿ ਇਹਨਾਂ ਨੂੰ ਉੱਥੇ ਤੱਕ ਅਸੀਂ ਪਹੁੰਚਾ ਦਈਏ। ਦੀਪ ਸਿੱਧੂ ਤੇ ਇਲਜ਼ਾਮ ਲੱਗ ਰਿਹਾ ਕਿ ਜੀ ਇਹ ਇਕੱਲਾ ਲੈ ਗਿਆ ਉੱਥੇ ਕੁੰਡਲੀ ਤੇ ਸਿੰਘੂ ਦੀ ਹਜੂਮ ਨੂੰ ਲਾਲ ਕਿਲੇ, ਪਰ ਜਿਹੜੇ ਗਾਜ਼ੀਪੁਰ ਬਾਰਡਰ ਤੋਂ ਆਏ ਨੇ ਉੱਥੇ ਆਈਟੀਓ ਕ੍ਰਾਸ ਨਵਰੀਤ ਤੋਂ ਨਹੀਂ, ਗਾਜ਼ੀਪੁਰ ਤੋਂ ਆਏ ਸੀ, ਉੱਧਰੋਂ ਆਏ ਆ ਜੀ, ਉਹ ਤਾਂ ਨਹੀਂ ਇਹ ਲੈ ਕੇ ਗਿਆ ਇਕੱਲਾ। ਇਸ ਕਰਕੇ ਕੁਝ ਗੱਲਾਂ ਆਰਗੈਨਿਕਲੀ ਹੋ ਜਾਂਦੀਆਂ, ਉਦੋਂ ਇਨ ਦ ਹੀਟ ਆਫ ਦ ਮੂਵਮੈਂਟ ਹੋ ਜਾਂਦੀਆਂ। ਜਿਹੜਾ ਇਲਜ਼ਾਮ ਲੱਗ ਰਿਹਾ ਕਿ ਜੀ ਇਹਨਾਂ ਨੇ ਅਪਮਾਨ ਕੀਤਾ, ਜਿਹੜਾ ਤਿਰੰਗਾ ਹੈ ਉਹ ਤਾਂ ਲਾਲ ਕਿਲੇ ਦੇ ਅੱਜ ਵੀ ਉੱਥੇ ਝੂਲ ਰਿਹਾ ਵਾ। ਹਰ ਕਿਸਾਨ ਦੇ ਹੱਥ ਵਿੱਚ ਤਿਰੰਗਾ ਸੀ, ਹਰ ਟਰੈਕਟਰ ਦੇ ਉੱਤੇ ਝੰਡੇ ਦੇ ਉੱਤੇ ਤਿਰੰਗਾ ਸੀਗਾ। ਜੇ ਉਹਨਾਂ ਨੇ ਤਿਰੰਗੇ ਦਾ ਅਪਮਾਨ ਕਰਨਾ ਸੀਗਾ ਤੇ ਉਹ ਪਹਿਲਾਂ ਇਹਨਾਂ ਨੂੰ ਨਾਲ ਝੰਡਿਆਂ ਨੂੰ ਆਪਣੇ ਹੱਥਾਂ 'ਚ ਨਾ ਫੜਦੇ। ਇਸ ਕਰਕੇ ਜਿਹੜੀ ਰੌਲਾ ਇਹ ਪੈ ਗਿਆ ਕਿ ਜਿੱਦਣ ਇਹ 26 ਤਰੀਕ ਦਾ ਰੌਲਾ ਪਿਆ ਨਾ ਲਾਲ ਕਿਲੇ ਵਾਲਾ, ਉਦੋਂ ਸਾਡੇ ਨੈਸ਼ਨਲ ਇਲੈਕਟ੍ਰੋਨਿਕ ਮੀਡੀਆ ਜਿਹੜਾ ਪੇਡ ਹੈ ਇਸ ਵੇਲੇ ਗਵਰਨਮੈਂਟ ਆਫ ਇੰਡੀਆ ਦਾ, ਉਹਨਾਂ ਨੇ ਐਸਾ ਇੱਕ ਨੈਰੇਟਿਵ ਸੈੱਟ ਕੀਤਾ ਕਿ ਸਾਡੀ ਸਾਰੀ ਪੰਜਾਬ ਦੀ ਲੀਡਰਸ਼ਿਪ ਪੋਲੀਟੀਕਲ ਵੀ ਉਸੇ ਨੈਰੇਟਿਵ ਦਾ ਸ਼ਿਕਾਰ ਹੋ ਗਈ। ਮੇਰਾ ਖਿਆਲ ਹੈ ਕਿ ਜੇ ਤੁਸੀਂ ਕੱਢ ਕੇ ਟਵਿੱਟਰ ਦੇਖੋਗੇ, ਕੈਪਟਨ ਅਮਰਿੰਦਰ ਸਿੰਘ ਕੀ, ਸੁਖਬੀਰ ਬਾਦਲ ਕੀ, ਭਗਵੰਤ ਮਾਨ ਕੀ, ਫਲਾਨਾ ਕੀ, ਟਮਕਾਨਾ ਕੀ, ਇਹਨਾਂ ਨੇ ਇੰਨੀ ਕੰਡੈਮਨੇਸ਼ਨ ਕੀਤੀ। ਅਸੀਂ ਹਿੰਸਾ ਦੇ ਸਖਤ ਖਿਲਾਫ। ਹਿੰਸਾ ਉੱਥੇ ਕਿਹੜੀ ਹੋਈ ਸੀ ਦੱਸਿਓ ਜਰਾ। ਹਿੰਸਾ ਤਾਂ ਉਲਟਾ ਪੁਲਿਸ ਨੇ ਕੀਤੀ, ਨਵਰੀਤ ਨੂੰ ਗੋਲੀ ਮਾਰ ਕੇ ਮਾਰ ਦਿੱਤੀ ਹੈ। ਆਈਟੀਓ ਕ੍ਰਾਸਿੰਗ ਟਰੈਕਟਰਾਂ ਦੇ ਸਵਾਰ ਨਿਹੱਤੇ ਕਿਸਾਨਾਂ ਨੂੰ ਉਹ ਬੁਰੀ ਤਰ੍ਹਾਂ ਨਾਲ ਲਾਠੀਆਂ ਨਾਲ ਕੁੱਟਿਆ ਗਿਆ ਵਾ। ਇਸ ਕਰਕੇ ਅਸੀਂ ਸੈਲਫ ਡਿਫੈਂਸ ਮੋਡ 'ਚ ਜਲਦੀ ਆ ਗਏ। ਔਰ ਜਿਹੜੀ ਕਿਸਾਨ ਲੀਡਰਸ਼ਿਪ ਸੀਗੀ, ਇਹਨਾਂ ਨੂੰ ਉਦੋਂ ਥੋੜ੍ਹਾ ਸਟੈਂਡ ਰੱਖਣਾ ਚਾਹੀਦਾ ਸੀਗਾ। ਇਹ ਕਹਿੰਦੇ ਇਹ ਮੰਗਦੇ ਨਿਆਇਕ ਜਾਂਚ ਕਿ 26 ਜਨਵਰੀ ਦਾ ਜੋ ਕੁਝ ਵਾਪਰਿਆ ਵਾ ਉਹਦੇ ਸਾਰੇ CCTVs ਕਢਾਓ ਤੇ ਸਾਰੀ ਨਿਆਇਕ ਜਾਂਚ ਮੰਗਦੇ। ਉਹਦੇ ਵਿੱਚ ਨਵਰੀਤ ਦੀ ਕਤਲ ਦੀ ਵੀ ਜਾਂਚ ਮੰਗਦੇ, ਲਾਲ ਕਿਲੇ ਦੇ ਝੰਡਿਆਂ ਦਾ ਵੀ ਉਹ ਕਰਦੇ, ਤੇ ਜਿੰਨੇ ਬੰਦੇ ਫੜੇ ਗਏ ਨੇ, ਪਰਚੇ ਦਰਜ ਹੋਏ ਨੇ, ਜਿਹੜੇ ਕੁੱਟਮਾਰ ਹੋਈ ਆ, ਜਿਨ੍ਹਾਂ ਜੇਲ੍ਹਾਂ 'ਚ ਲਿਆ ਗਿਆ, ਇਹ ਸਾਰੀ ਗੱਲ ਦੀ ਕਰਦੇ ਤੇ ਫਿਰ ਲੋਕਾਂ ਦੀ ਕਚਹਿਰੀ 'ਚੋਂ ਸਾਰੀ ਗੱਲ ਸਾਹਮਣੇ ਰੱਖਦੇ ਪੇਸ਼ ਕਰਦੇ ਕਿ ਆਹ ਬੇਈਮਾਨੀ ਦਿੱਲੀ ਦੀ ਸਰਕਾਰ, ਦਿੱਲੀ ਦੀ ਪੁਲਿਸ ਨੇ ਸਾਡੇ ਨਾਲ ਕੀਤੀ। ਲੇਕਿਨ ਉਹ ਉਲਟਾ ਕੀ ਹੋਇਆ ਕਿ ਉਹ ਫਿਰ ਉਹ ਜਿਹੜਾ ਦਿੱਲੀ ਦਾ ਮੀਡੀਆ ਇਲੈਕਟ੍ਰੋਨਿਕ ਹੈ ਉਹਦੀ ਚੁੰਗਲ ਵਿੱਚ ਹੀ ਆ ਕੇ ਜੋ ਚਾਹੁੰਦੇ ਸੀਗੇ ਫਿਰ ਸਾਡੇ ਆਗੂ ਉਹ ਕਹਿਣ ਲੱਗ ਗਏ। ਇਸ ਤਰ੍ਹਾਂ ਕਰਕੇ ਕੀ ਹੋਇਆ ਕਿ ਜਿਹੜਾ ਮੈਂ ਤੁਹਾਨੂੰ ਪਹਿਲਾਂ ਜ਼ਿਕਰ ਕੀਤਾ ਕਿ ਪੰਜਾਬ ਦੀ ਬਹੁਤ ਵੱਡੀ ਹਿਊਮਨ ਰਿਸੋਰਸ ਔਰ ਇਕਨੋਮਿਕ ਇਨਵੈਸਟਮੈਂਟ ਸੀਗੀ। ਇਹ ਮੋਰਚਾ 26 ਤੋਂ ਪਹਿਲਾਂ ਟੋਟਲ 100% ਕਮਾਂਡ ਜਿਹੜੀ ਸੀ ਉਹ ਪੰਜਾਬ ਦੀ ਲੀਡਰਸ਼ਿਪ ਦੇ ਹੱਥ ਵਿੱਚ ਸੀ। 26 ਦੇ ਇੰਸੀਡੈਂਟਸ ਤੋਂ ਬਾਅਦ ਇਹ ਸਾਰੀ ਜਿਹੜੀ ਬਾਰਗੇਨਿੰਗ ਪਾਵਰ ਸੀ ਗਵਰਨਮੈਂਟ ਆਫ ਇੰਡੀਆ ਨਾਲ, ਅਸੀਂ ਆਪ ਹੀ ਆਪਣੇ ਕੋਲੋਂ ਚੱਕ ਕੇ ਤੇ ਰਕੇਸ਼ ਟਕੈਤ ਨੂੰ ਦੇ ਦਿੱਤੀ। ਨਹੀਂ, ਪਰ ਇਹਦੇ ਕੋਈ ਮੈਂ ਉਹਦੇ ਖਿਲਾਫ ਨਹੀਂ, ਮੈਂ ਤਾਂ ਉਹਦੇ ਨਹੀਂ, ਪਰ ਇਹਦੇ ਚ ਮਿਲ ਕੇ ਵਧਾਈ ਦੇ ਕੇ ਇਹਦੇ ਚ ਕਸੂਰ ਕਿਸ ਦਾ ਹੈ? ਕਿਸ ਧਿਰ ਦਾ ਮੰਨਦੇ ਹੋ? ਦੋਵਾਂ ਧਿਰਾਂ ਦਾ ਮੰਨਦੇ ਹੋ? ਲਾਲ ਕਿਲੇ ਵਾਲੀ ਧਿਰ ਤੇ ਰਾਜੇਵਾਲ ਨਾਲ ਸੰਯੁਕਤ ਮੋਰਚੇ ਵਾਲੀ ਧਿਰ, ਜਾਂ ਫਿਰ ਇੱਕ ਧਿਰ ਦਾ ਮੰਨਦੇ ਹੋ ਤੁਸੀਂ? ਮੈਂ ਕਸੂਰ ਕਿਸੇ ਦਾ ਵੀ ਨਹੀਂ ਕੱਢਦਾ। ਮੈਂ ਕਹਿੰਦਾ ਜੇ ਲਾਲ ਕਿਲੇ ਤੇ ਕੁਝ ਮਾੜਾ ਮੋਟਾ ਹੋ ਗਿਆ ਸੀਗਾ, ਸੰਯੁਕਤ ਮੋਰਚਾ ਉੱਥੇ ਅਕਲਮੰਦੀ ਦੇ ਨਾਲ ਪ੍ਰੋਪਰ ਸਟੈਂਡ ਲੈਂਦਾ। ਔਰ ਜਿਹੜਾ ਆਪਾਂ ਇੱਕ ਪਹਿਲੇ ਦਿਨ ਤੋਂ ਕਿਸੇ ਨੇ ਉੱਥੇ ਨਾਅਰੇ ਲਵਾਤੇ ਸਟੇਜ ਤੇ ਕਿ ਲੱਖਾ ਸਿਧਾਣਾ ਗਦਾਰ, ਦੀਪ ਸਿੱਧੂ ਗਦਾਰ, ਉਹਦੇ ਨਾਲ ਆਪਾਂ ਆਪਣੇ ਆਪ ਨੂੰ ਵੀਕ ਕਰ ਲਿਆ। ਇੱਕ ਮੇਰੇ ਖਿਆਲ 'ਚ ਪਬਲਿਕ ਡੋਮੇਨ 'ਚ ਆਉਣਾ ਬਹੁਤ ਜ਼ਰੂਰੀ ਹੈ। ਤੁਸੀਂ ਬੜੇ ਹੰਡੇ ਹੋਏ ਸਿਆਸਤਦਾਨ ਹੋ, ਵਿਧਾਇਕ ਹੁਣ ਵੀ ਹੋ, ਪਹਿਲਾਂ ਵੀ ਰਹੇ ਹੋ, ਅੱਗਾ ਪਿੱਛਾ ਸਾਰਾ ਕੁਝ ਦੇਖਿਆ ਸਿਆਸਤ ਦਾ, ਅੰਦਰ ਬਾਹਰ ਦੇਖਿਆ, ਤੁਹਾਡੇ ਤੇ ਆਪਣੇ ਤੇ ਵੀ ਕੇਸ ਹੋਏ ਨੇ, ਪਰਚੇ ਹੋਏ ਨੇ, ਕਿੰਨਾ ਕੁਝ ਹੋਇਆ। ਇੱਕ ਥਿਊਰੀ ਇਹ ਆ ਰਹੀ ਹੈ ਕਿ ਜਿੱਦਾਂ ਤੁਸੀਂ ਖੁਦ ਕਿਹਾ ਕਿ ਗਾਜ਼ੀਪੁਰ ਤੋਂ ਜੋ ਆਏ ਨਵਰੀਤ ਹੋਣੀ, ਮਰਹੂਮ ਨਵਰੀਤ, ਨਹੀਂ ਉਹ ਉਹਨਾਂ ਨੂੰ ਪੈਸੇ ਦਿੱਤਾ ਗਿਆ, ਰਾਈਟ, ਤੇ ਤੁਸੀਂ ਕਹਿ ਰਹੇ ਹੋ ਆਈਟੀਓ ਤੱਕ ਆਉਣ ਦਿੱਤਾ ਗਿਆ। ਆਈਟੀਓ ਦੇ ਆਉਣ ਦਾ ਮਤਲਬ ਹੈ ਕਿ ਤੁਸੀਂ ਇੰਡੀਆ ਗੇਟ ਪਹੁੰਚ ਗਏ ਲਗਭਗ। ਆਪਾਂ ਦਿੱਲੀ ਨੂੰ ਜਾਣਦੇ ਹਾਂ ਸਾਰੇ। ਇਹ ਕਿਹਾ ਜਾ ਰਿਹਾ ਹੈ ਕਿ ਇਹ ਇੱਕ ਪਲਾਨਿੰਗ ਸੀ। ਦੋ ਰਸਤੇ ਜਾਂਦੇ ਨੇ ਇਸ ਚੋਂ। ਇੱਕ ਰਸਤਾ ਜਾਂਦਾ ਹੈ ਕਿ ਇਹ ਪਲਾਨਿੰਗ ਸੀ ਕਿ ਇਹ ਗਰਮ ਖੂਨ ਹੈ ਪੰਜਾਬੀਆਂ ਦਾ, ਇਹ ਜਿੱਥੋਂ ਤੱਕ ਆਣਗੇ ਆਣ ਦਿਓ। ਦੂਜੀ ਪਲਾਨਿੰਗ ਸੀ ਜੋ ਕਿਹਾ ਜਾ ਰਿਹਾ ਹੈ, ਕਥਿਤ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਦੀਪ ਸਿੱਧੂ ਨੂੰ ਮੋਹਰਾ ਬਣਾਇਆ ਹੋਇਆ ਸੀ ਏਜੰਸੀਆਂ ਨੇ ਕਿ ਦੀਪ ਸਿੱਧੂ ਜਿਹੜਾ ਐਂਡ 'ਚ ਪ੍ਰਗਟ ਹੋਏਗਾ ਤੇ ਉਹ ਉੱਥੇ ਝੰਡਾ ਚੜਾਏਗਾ ਤੇ ਫਿਰ ਉਹ ਗਾਇਬ ਹੋ ਜਾਏਗਾ। ਇਹ ਸਾਰਾ ਉਹ ਸੀ। ਤਾਂ ਇਸ ਚੀਜ਼ ਨੂੰ ਤੁਸੀਂ ਕਿੰਨਾ ਕੁ ਮੰਨਦੇ ਹੋ ਕਿ ਏਜੰਸੀਆਂ ਇਸ ਤਰ੍ਹਾਂ ਕਰਦੀਆਂ ਹੀ ਹੁੰਦੀਆਂ ਨੇ, ਸਰਕਾਰਾਂ ਇਸ ਤਰ੍ਹਾਂ ਕਰਦੀਆਂ ਹੀ ਹੁੰਦੀਆਂ ਨੇ? ਏਜੰਸੀਆਂ ਬਹੁਤ ਚਾਲਾਂ ਚੱਲਦੀਆਂ ਨੇ, ਬੜੇ ਬੰਦੇ ਇਨਫਿਲਟਰੇਟ ਕਰਦੀਆਂ, ਪੂਰਾ ਸਭ ਕੁਝ ਮੰਨ ਲਿਆ। ਪਰ ਜੇ ਮੈਂ ਕਹਿੰਦਾ ਕਿ 26 ਨੂੰ ਫਰਜ਼ ਕਰੋ ਕੁਝ ਹੋ ਗਿਆ ਸੀਗਾ ਤੇ ਸਾਡੇ ਆਗੂਆਂ ਨੂੰ ਉਹਦੀ ਨਿਰਪੱਖ ਜਾਂਚ ਮੰਗਣੀ ਚਾਹੀਦੀ ਸੀ। ਆਫਟਰ ਆਲ ਦਿੱਲੀ ਦੇ ਵਿੱਚ ਹਰ ਥਾਂ ਦੇ ਉੱਤੇ CCTV ਕੈਮਰਾਜ਼ ਲੱਗੇ ਹੋਏ ਨੇ। ਉੱਥੋਂ ਸਾਰਾ ਗੱਲ ਪਤਾ ਲੱਗ ਜਾਣਾ ਸੀ ਕਿ ਬੈਰੀਕੇਡਿੰਗ ਪੁਲਿਸ ਨੇ ਕਿਹੜੇ ਪਾਸੇ ਲੋਕਾਂ ਨੂੰ ਜਾਣ ਦਾ ਰਾਹ ਖੋਲ੍ਹਿਆ, ਕਿੱਥੇ ਰਾਹ ਬੰਦ ਕੀਤਾ, ਸਾਰਾ ਅੱਜ ਤੱਕ ਕਿਸੇ ਨੇ ਮੰਗੀ ਨਹੀਂ ਗਈ। ਔਰ ਉਹਦਾ ਗੁਨਾਹਗਾਰ ਪਹਿਲਾਂ ਹੀ ਵਿਦਆਊਟ ਇਨਵੈਸਟੀਗੇਸ਼ਨ ਸਾਨੂੰ ਗੁਨਾਹਗਾਰ ਠਹਿਰਾ ਦਿੱਤਾ ਗਿਆ। ਮੈਂ ਰਕੇਸ਼ ਟਕੈਤ ਦੀ ਗੱਲ ਕੀਤੀ, ਤੁਸੀਂ ਉਹਦਾ ਇੱਕ ਵਾਰੀ ਪੱਖ ਸੁਣਿਓ ਜੀ। ਉਸਨੇ ਡਿਫੈਂਡ ਕੀਤਾ ਵਾ, ਉਸਨੇ ਡਿਫੈਂਡ ਕੀਤਾ, ਉਹਨੇ ਕਿਹਾ ਜੇ ਹੋ ਗਿਆ ਮਾੜਾ ਮੋਟਾ। ਔਰ ਨਿਸ਼ਾਨ ਸਾਹਿਬ ਨੂੰ ਵੀ ਡਿਫੈਂਡ ਕੀਤਾ। ਨਿਸ਼ਾਨ ਸਾਹਿਬ ਕੋਈ ਖਾਲਿਸਤਾਨ ਦਾ ਝੰਡਾ ਥੋੜ੍ਹਾ, ਬਿਲਕੁਲ ਨਹੀਂ ਹੈ। ਨਿਸ਼ਾਨ ਸਾਹਿਬ ਤਾਂ ਇੱਕ ਗੁਰਦੁਆਰਾ ਸਾਹਿਬ ਤੇ ਉੱਚਾ ਕਰਕੇ ਲਾਉਨੇ ਆ ਤਾਂ ਕਿ ਜਿਹੜੇ ਮਜਲੂਮ ਨੇ, ਬੇਸਹਾਰਾ ਨੇ, ਜਿਹੜੇ ਰਾਹਗੀਰ ਨੇ, ਰਾਹਜਨ ਨੇ, ਉਹਨਾਂ ਨੂੰ ਪਤਾ ਲੱਗ ਜਾਏ ਕਿ ਇਸ ਨਿਸ਼ਾਨ ਸਾਹਿਬ ਦੇ ਥੱਲੇ ਸਾਨੂੰ ਸ਼ਰਨ ਵੀ ਮਿਲ ਜੂਗੀ, ਸਾਨੂੰ ਲੰਗਰ ਵੀ ਮਿਲ ਜੂਗਾ, ਸਾਨੂੰ ਪਨਾਹ ਵੀ ਮਿਲ ਜਾਏਗੀ, ਸਾਨੂੰ ਹਿਫਾਜ਼ਤ ਵੀ ਮਿਲ ਜਾਏਗੀ।
ਜੋ ਖਾਲਸਾ ਏਡ ਕਰਦਾ ਕੰਮ ਹੁਣ ਉੱਤਰਾਖੰਡ ਪਹੁੰਚੇ ਹੋਏ ਨੇ, ਉਹ ਲੰਗਰ 'ਚ ਸੇਵਾ ਹੋ ਰਹੀ ਤਾਂ ਨਿਸ਼ਾਨ ਸਾਹਿਬ ਦੇ ਤਹਿਤ ਹੋ ਰਹੀ। ਬਿਲਕੁਲ। ਜੇ ਲੋਕਡਾਊਨ ਵਿੱਚ ਨਿਊਯਾਰਕ 'ਚ 50,000 ਗੁਰਦੁਆਰਾ ਸਾਹਿਬ 'ਚ ਲੰਗਰ ਜਾਂਦਾ ਸੀ ਤਾਂ ਨਿਸ਼ਾਨ ਸਾਹਿਬ ਦੇ ਥੱਲੇ ਸੀ। ਇਸ ਲਈ ਇਹ ਜਿਹੜਾ ਵਿਸ਼ਿਸ਼ ਪ੍ਰੋਪੇਗੈਂਡਾ ਹੋਇਆ ਨਿਸ਼ਾਨ ਸਾਹਿਬ ਦੇ ਖਿਲਾਫ, ਉਹਨੂੰ ਖਾਲਿਸਤਾਨੀ ਝੰਡੇ ਦੇ ਨਾਲ ਜੋੜ ਦਿੱਤਾ। ਘੱਟੋ ਘੱਟ ਅਸੀਂ ਉਹਨੂੰ ਤਾਂ ਡਿਫੈਂਡ ਕਰਦੇ, ਅਸੀਂ ਤਾਂ ਨਿਸ਼ਾਨ ਸਾਹਿਬ ਵੀ ਡਿਫੈਂਡ ਨਹੀਂ ਕੀਤਾ। ਖਹਿਰਾ ਸਾਹਿਬ, ਇਸ ਕਰਕੇ ਉਹਦਾ ਕੁੱਲ ਮੇਰੀ ਜੋ ਆਪਣੀ ਜਜਮੈਂਟ ਹੈ, ਹੋ ਸਕਦਾ ਮੈਂ ਗਲਤ ਹੋਵਾਂ, ਕਿ ਅੱਜ ਦੀ ਡੇਟ ਵਿੱਚ ਜਿਹੜੀ ਪੰਜਾਬ ਦੀ ਜਿਹੜੀ ਕਮਾਂਡ ਸੀਗੀ ਇਸ ਮੋਰਚੇ ਦੇ ਉੱਤੇ, ਇਹ ਕਮਜ਼ੋਰ ਹੋਈ ਹੈ ਜੀ। ਹੁਣ ਉਹ ਸਾਰੀ ਕਮਾਂਡ ਬੇਸਿਕਲੀ ਰਕੇਸ਼ ਟਿਕੈਤ ਦੇ ਹੱਥ ਵਿੱਚ ਕਾਫੀ ਵੱਡੀ ਹਾਲਾਂਕਿ ਉਹ ਕਹਿ ਰਹੇ ਨੇ ਉਹਦਾ ਵੱਡੱਪਣ ਹੈ। ਉਹ ਕਹਿੰਦਾ ਕਿ ਮੈਂ ਜਦੋਂ ਵੀ ਗੱਲਬਾਤ ਕਰੇਗੀ ਸਾਡਾ ਸੰਯੁਕਤ ਮੋਰਚਾ ਗੱਲ ਕਰੇਗਾ, ਉਹਦਾ ਵੱਡੱਪਣ ਹੈ ਜੀ। ਪਰ ਜੇ ਕਿਸੇ ਨੂੰ ਕੱਲ ਨੂੰ ਫਰਜ਼ ਕਰੋ, ਜਿੱਦਾਂ ਦੇ ਉਹਦੇ ਮਹਾ ਪੰਚਾਇਤ ਦੇ ਇਕੱਠ ਹੋ ਰਹੇ ਨੇ, ਜੀਂਦ 'ਚ, ਅੱਜ ਅਲੀਗੜ੍ਹ ਸੀਗਾ, ਉਹ ਪਹਿਲਾਂ ਉਹਦਾ ਸੀਗਾ ਬਾਗਪਤ ਵਿੱਚ, ਜਾਂ ਈਵਨ ਆਗਰਾ ਜਾਂ ਹੋਰਨਾਂ ਥਾਵਾਂ ਦੇ ਉੱਤੇ, ਮੁਜ਼ੱਫਰਨਗਰ 'ਚ, ਜੇ ਉਹ ਤੁਸੀਂ ਦੇਖੋਗੇ ਕਿ ਇੱਕ ਵੱਡਾ ਹਜੂਮ ਕਿਸਾਨ ਅੰਦੋਲਨ ਵਿੱਚ ਉਹਨਾਂ ਦਾ ਵੀ ਉੱਭਰ ਕੇ ਆਇਆ ਵਾ। ਕੱਲ ਨੂੰ ਫਰਜ਼ ਕਰੋ ਗਵਰਨਮੈਂਟ ਆਫ ਇੰਡੀਆ ਜੇ ਕੋਈ ਗੱਲ ਉਹਦੇ ਨਾਲ ਡਾਇਲੋਗ 'ਚ ਇੰਗੇਜ ਕਰਕੇ ਕਿਸੇ ਤਰੀਕੇ ਦੇ ਨਾਲ ਉਸ ਦੇ ਨਾਲ ਕੋਈ ਗੱਲਬਾਤ ਤੈਅ ਕਰ ਲੈਂਦੀ ਹੈ ਤੇ ਉਹ ਕਹਿੰਦਾ ਕਿ ਹਾਂ ਅਸੀਂ ਸੰਤੁਸ਼ਟ ਹਾਂ, ਤੇ ਫਿਰ ਆਪਣਾ ਕੀ ਬਣੂਗਾ? ਖਹਿਰਾ ਸਾਹਿਬ, ਇੱਕ ਪਿੱਚ ਦੇ ਉੱਤੇ ਆਪਾਂ ਗੱਲ ਹਮੇਸ਼ਾ ਕਰਦੇ ਹੁੰਦੇ ਹਾਂ, ਜਿੰਨੇ ਵੀ ਆਪਣੀ ਇੰਟਰਵਿਊਜ਼ ਰਹੀਆਂ ਨੇ, ਜੋ ਤੁਸੀਂ ਤੁਹਾਡੀ ਇੰਟਰਵਿਊ 'ਚੋਂ ਹੀ ਮੈਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਚੱਕੀਆਂ ਨੇ, ਅੰਡਰਲਾਈਨ ਕੀਤੀਆਂ ਨੇ। ਤੁਸੀਂ ਹੀ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਹੋਣ, ਭਾਵੇਂ ਸਾਬਕਾ ਡਿਪਟੀ ਮੁੱਖ ਮੰਤਰੀ ਹੋਣ, ਭਾਵੇਂ ਪੰਜਾਬ ਦਾ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਹੋਵੇ, ਜਾਂ ਹੋਰ ਜਿੰਨੇ ਵੀ ਸਿਰਕੱਢ ਸਿਆਸਤਦਾਨ ਨੇ ਉਹ ਹੋਣ, ਉਹਨਾਂ ਨੇ ਬਜਾਏ ਨਿਰਪੱਖ ਜਾਂਚ ਮੰਗਣ ਦੇ, ਜੁਡੀਸ਼ੀਅਲ ਪ੍ਰੂਵ ਮੰਗਣ ਦੇ, ਉਹਨਾਂ ਨੇ ਅਟੈਕ ਕਰਨਾ ਸ਼ੁਰੂ ਕਰ ਦਿੱਤਾ, ਕੰਡੈਮ ਕਰਨਾ ਸ਼ੁਰੂ ਕਰ ਦਿੱਤਾ ਇਹਦੇ ਉੱਤੇ। ਕੀ ਲੱਗ ਰਿਹਾ ਸੀ ਕਿ 2 ਮਹੀਨਿਆਂ ਦਾ ਹੋ ਗਿਆ ਸੀ ਕਿਸਾਨ ਅੰਦੋਲਨ ਉਦੋਂ, ਜਿਹੜਾ ਹੁਣ 2.5 ਦਾ ਹੋਣ ਜਾ ਰਿਹਾ ਹੈ, ਕਿ ਪੰਜਾਬ ਦੇ ਜੋ ਕਿਸਾਨ ਲੀਡਰ ਨੇ 31-32 ਜਥੇਬੰਦੀਆਂ ਦੇ, ਖਾਸ ਕਰ ਰਾਜੇਵਾਲ ਹੋਣੀ, ਉਗਰਾਹਾਂ ਹੋਣੀ, ਉਹਨਾਂ ਦਾ ਕੱਦ ਇੰਨਾ ਵੱਡਾ ਹੋ ਰਿਹਾ ਸੀ। ਈਵਨ ਦੀਪ ਸਿੱਧੂ, ਲੱਖਾ ਸਿਧਾਣਾ, ਇਹਨਾਂ ਦਾ ਕੱਦ ਐਡਾ ਵੱਡਾ ਹੋ ਰਿਹਾ ਸੀ। ਪੰਜਾਬ ਇਲੈਕਸ਼ਨ ਦੇ ਜਿਹੜਾ ਹੈਗਾ ਦੌਰ 'ਚ ਪਹੁੰਚ ਚੁੱਕਾ ਲਗਭਗ। ਇਹਨਾਂ ਦਿਨਾਂ 'ਚ ਹੀ ਅਗਲੇ ਸਾਲ ਆਪਾਂ ਚੋਣ ਜਾਬਤਾ ਲੱਗਿਆ ਹੋਏਗਾ, ਮੇਰੇ ਖਿਆਲ ਵੋਟਾਂ ਵੀ ਪੈ ਚੁੱਕੀਆਂ ਹੋਣਗੀਆਂ ਸ਼ਾਇਦ, ਜਿੱਥੇ ਆਪਾਂ ਬੈਠ ਕੇ ਗੱਲ ਕਰ ਰਹੇ ਹਾਂ, ਸ਼ਾਇਦ ਉਦੋਂ ਆਪਾਂ ਕਿਸੇ ਹੋਰ ਪ੍ਰਸੰਗ 'ਚ ਕਰਦੇ ਹੋਵਾਂਗੇ। ਕੀ ਲੱਗਦਾ ਨਹੀਂ ਕਿ ਇਹ ਵੀ ਇੱਕ ਸਾਜ਼ਿਸ਼ ਹੋਈ ਹੈ, ਜਿਸ ਪੰਜਾਬ ਦੇ ਸਿਆਸਤਦਾਨ ਜਿਨ੍ਹਾਂ ਦੇ ਤੁਸੀਂ ਨਾਂ ਗਣਾਏ ਨੇ, ਹੋਰ ਸਿਆਸੀ ਧਿਰਾਂ ਨੇ ਜਿਹੜੀਆਂ, ਉਹਨਾਂ ਨੂੰ ਆਪਣੀ ਸਿਆਸੀ ਜ਼ਮੀਨ ਖਿਸਕਦੀ ਵੇਖ ਕੇ, ਕਿਸਾਨ ਅੰਦੋਲਨ 'ਚੋਂ ਇੱਕ ਵੱਡੀ ਸਿਆਸੀ ਲੀਡਰਸ਼ਿਪ ਉੱਭਰਦੀ ਵੇਖ ਕੇ ਜਿਹੜਾ ਹੈਗਾ, ਇਸ ਸਾਜ਼ਿਸ਼ ਦੇ ਵਿੱਚ ਕਿਤੇ ਨਾ ਕਿਤੇ ਤਿਲ ਫੁੱਲ ਵੀ ਸੁੱਟਿਆ ਹੋਵੇ? ਕਿਉਂਕਿ ਇਹ ਵੀ ਕਿਹਾ ਜਾ ਰਿਹਾ ਕਿ ਜਿਹੜੇ ਆਖਰੀ ਹਫ਼ਤੇ 'ਚ 26 ਤੋਂ ਪਹਿਲਾਂ ਟਰੈਕਟਰ ਗਏ ਨੇ, ਮਾਝੇ ਤੋਂ ਖਾਸ ਕਰ ਗਏ ਨੇ, ਤਰਨ ਇਲਾਕੇ 'ਚੋਂ ਗਏ ਨੇ, ਮੈਂ ਕਿਸੇ ਦਾ ਬੇਇੱਜ਼ਤੀ ਨਹੀਂ ਕਰ ਰਿਹਾ, ਪਰ ਕਿਹਾ ਜਾ ਰਿਹਾ ਕਿ ਉਹ ਕਿਸੇ ਸਿਆਸੀ ਧਿਰ ਨੇ, ਖਾਸ ਕਰ ਕਿਹਾ ਜਾ ਰਿਹਾ ਕਿ ਅਕਾਲੀ ਦਲ ਨੇ ਭੇਜੇ ਨੇ ਜਾ ਕੇ ਉੱਥੇ ਗੜਬੜ ਕਰਨ। ਇਹ ਵੀ ਕਿਹਾ ਜਾ ਰਿਹਾ ਕਿ ਜੋ ਐਂਟਰ ਹੋਏ ਨੇ ਉਹ ਉਹੀ ਗਏ ਨੇ ਜਿਹੜੇ ਇਕੱਲੇ ਟਰੈਕਟਰ ਗਏ ਸੀ, ਟਰਾਲੀ ਵਾਲੇ ਤਾਂ ਉੱਥੇ ਬੈਠੇ ਰਹਿ ਗਏ। ਮੇਰਾ ਸਵਾਲ ਮੇਰੇ ਖਿਆਲ ਸਪਸ਼ਟ ਹੋ ਚੁੱਕਾ ਜੀ, ਆਪਾਂ ਕੀ ਗੱਲ ਕਰ ਰਹੇ ਹਾਂ, ਕਿ ਇਹ ਵੀ ਸਾਜ਼ਿਸ਼ ਹੋਈ ਹੈ ਕਿ ਪੰਜਾਬ ਦੇ ਸਿਆਸਤਦਾਨ। ਜੀ, ਮੇਰਾ ਇਹ ਮੰਨਣਾ ਵਾ ਕਿ ਇਹ ਇੱਥੋਂ ਤੱਕ ਠੀਕ ਹੈ ਕਿ ਪੰਜਾਬ ਦੀ ਐਸਟੈਬਲਿਸ਼ਡ ਪੋਲੀਟੀਕਲ ਲੀਡਰਸ਼ਿਪ ਤੇ ਪਾਰਟੀਆਂ ਉਹ ਚਿੰਤਤ ਨੇ ਕਿ ਇਸ ਧਰਨੇ ਦੇ ਵਿੱਚੋਂ ਕੋਈ ਹੋਰ ਨਵੀਂ ਲੀਡਰਸ਼ਿਪ ਪੈਦਾ ਨਾ ਹੋ ਜਾਵੇ, ਤਾਂ ਉਹਨਾਂ ਨੂੰ ਮੋਰਚਾ ਫਤਿਹ ਹੋ ਗਿਆ ਤਾਂ ਮਤਲਬ ਉਹਨਾਂ ਨੂੰ ਸਿਆਸੀ ਲਾਹਾ ਲੈਣਾ ਔਖਾ ਹੋ ਜਾਊਗਾ। ਉਹਨਾਂ ਦੇ ਜਿਹੜੇ ਬੋਡੀ ਲੈਂਗੁਏਜ ਆ ਉਹ ਐਂ ਲੱਗਦਾ ਵਾ ਕਿ ਉਹ ਚਾਹੁੰਦੇ ਨੇ ਕਿ ਹੁਣ ਇਹ ਕੰਮ ਨਿਬੜ ਜਾਵੇ। ਠੀਕ ਹੈ, ਜਿਹੜਾ ਤੁਸੀਂ ਕਿਹਾ ਕਿ ਉਹਨਾਂ ਨੇ ਉੱਥੋਂ ਬੰਦੇ ਭੇਜੇ, ਇਹ ਨਾਲ ਗੱਲ ਮੈਂ ਸਹਿਮਤ ਨਹੀਂਗਾ। ਇਹ ਸਾਰਾ ਕੁਝ ਆਪ ਮੁਹਾਰੇ, ਠੀਕ ਹੈ। ਇਹ ਜੇ ਆਪਾਂ ਕਿਸਾਨ ਅੰਦੋਲਨ ਚਲਾ ਰਹੇ ਜਿਹੜੇ ਲੀਡਰ ਨੇ ਨਾ, ਅਗਰ ਉਹਨਾਂ ਨੂੰ ਅੱਜ ਐਂ ਲੱਗ ਰਿਹਾ ਵਾ ਕਿ ਇਹ ਜੋ ਕੁਝ ਬੈਠੇ ਨੇ ਆਣ ਕੇ ਲੋਕੀ, ਇਹ ਸਾਡੇ ਕਾਲ ਤੇ ਆਏ ਨੇ ਜਾਂ ਸਾਡੇ ਪਿੱਛੇ ਆਏ ਨੇ, ਇਹ ਤਾਂ ਪਿਛਲੇ 25 20 ਸਾਲ 30 ਸਾਲ ਤੋਂ ਸੰਘਰਸ਼ ਕਰ ਰਹੇ ਨੇ। ਇਹਨਾਂ ਦਾ ਇੱਕ ਲਿਮਿਟਿਡ ਕੇਡਰ ਸਭ ਦਾ ਹੈਗਾ ਵਾ ਜੀ। ਪਰ ਇਹ ਜਿਹੜਾ ਅੰਦੋਲਨ ਹੋਇਆ, ਇਹ ਲੋਕੀ ਇੱਕ ਮਕਸਦ ਲਈ ਗਏ ਨੇ, ਉੱਥੇ ਇੱਕ ਕੌਜ਼ ਲਈ ਗਏ ਨੇ। ਔਰ ਤੁਸੀਂ ਦੇਖੋਗੇ ਪੰਜਾਬ ਜਿਹੜਾ ਨਾ, ਇਹ ਪਿਛਲੇ 2-3 ਸਾਲਾਂ ਤੋਂ ਔਨ ਦੀ ਐਜ ਆ। ਕਿਸੇ ਸਟੇਟ ਵਿੱਚ ਐਡੀ ਮਾਸ ਮੂਵਮੈਂਟ ਨਹੀਂ ਕਦੀ ਬਣੀ ਜਿਹੜੀ ਪੰਜਾਬ 'ਚ 3 ਵਾਰੀ ਬਣ ਗਈ ਆ। 1.5-2 ਲੱਖ ਬੰਦਾ ਪਹਿਲਾਂ ਚੱਬੇ ਪਹੁੰਚ ਜਾਂਦਾ, ਸਰਬੱਤ ਖਾਲਸਾ ਦਾ 2 ਵਾਰੀ ਹੁੰਦਾ ਉੱਥੇ। ਉਸ ਤੋਂ ਬਾਅਦ ਬਰਗਾੜੀ ਦੇ ਮੋਰਚੇ ਤੇ ਕੋਟਕਪੂਰੇ ਦਾ 3-4 ਲੱਖ ਬੰਦੇ ਦਾ ਇਕੱਠ ਹੁੰਦਾ। ਬਿਲਕੁਲ। ਹੁਣ ਤਾਂ ਰਿਕਾਰਡ ਹੀ ਟੁੱਟ ਗਿਆ ਨਾ। ਹੁਣ ਤਾਂ ਉਹ ਦਿੱਲੀ ਦੇ ਵਿੱਚ 400-500 ਕਿਲੋਮੀਟਰ ਪੰਜਾਬ ਤੋਂ ਦੂਰ ਜਾ ਕੇ 70 ਦਿਨਾਂ ਦੇ ਬੈਠੇ ਨੇ, ਔਰ ਵਰਲਡ ਵਾਈਡ ਮੂਵਮੈਂਟ ਕ੍ਰੀਏਟ ਹੋਈ। ਇਸ ਕਰਕੇ ਐਸਟੈਬਲਿਸ਼ ਪੋਲੀਟੀਕਲ ਲੀਡਰਸ਼ਿਪ ਦੇ ਮਨ ਵਿੱਚ, ਉਹਨਾਂ ਦੀ ਬੋਡੀ ਲੈਂਗੁਏਜ ਤੋਂ, ਉਹਨਾਂ ਦੇ ਬਿਆਨਾਂ ਤੋਂ, ਉਹਨਾਂ ਦੀ ਗੱਲਬਾਤ ਤੋਂ, ਕਿਉਂਕਿ ਉਹ ਸਿਰਫ ਇੱਥੇ ਤੱਕ ਹੀ ਲਿਮਿਟਿਡ ਹੈ। ਕਿਸੇ ਨੇ ਸਹੀ ਮਾਇਨਿਆਂ ਵਿੱਚ ਕਿਸਾਨਾਂ ਦੇ ਅੰਦੋਲਨ ਦੀ ਡਟ ਕੇ ਹਮਾਇਤ, ਮੈਂ ਜਦੋਂ ਆਲ ਪਾਰਟੀ ਮੀਟਿੰਗ ਹੋਈ ਸੀ ਚੰਡੀਗੜ੍ਹ, ਮੈਂ ਕਿਹਾ ਅਸੂਲਨ ਤਾਂ ਆਪਾਂ ਨੂੰ ਇਹ ਚਾਹੀਦਾ ਵਾ, ਗੱਲਾਂ ਤਾਂ ਹੋਰ ਵੀ ਬਹੁਤ ਹੋਈਆਂ ਜੀ। ਅਸੂਲਨ ਤਾਂ ਆਪਾਂ ਨੂੰ ਇਹ ਚਾਹੀਦਾ ਕਿ ਆਪਾਂ ਸਾਰੀਆਂ ਪੋਲੀਟੀਕਲ ਪਾਰਟੀਆਂ ਇਕੱਠੀਆਂ ਹੋ ਕੇ ਆਪਾਂ ਵੀ ਜਾ ਕੇ, ਜਿੱਦਾਂ ਉਹ ਧਰਨੇ 'ਤੇ ਬੈਠੇ ਨਾ, 1-2 ਸੜਕਾਂ ਦਿੱਲੀ ਨੂੰ ਜਾਂਦੀਆਂ ਆਪਾਂ ਘੇਰ ਲਈਏ ਉੱਥੇ। ਜੇ ਉਹ ਬਹਿ ਸਕਦੇ ਨੇ 70 ਦਿਨ ਤੋਂ,
ਤੇ ਆਪਣੇ ਸਭ ਕੋਲ ਕੇਡਰ ਆ। ਆਪਾਂ ਹਰ ਹਲਕੇ 'ਚੋਂ ਜ਼ਿਆਦਾ ਨਹੀਂ, 117 ਹਲਕੇ ਨੇ, ਜੇ ਆਪਾਂ ਹਜ਼ਾਰ ਬੰਦਾ ਹੀ ਲੈ ਜਾਾਂਗੇ 17,000 ਬੰਦਾ ਹੋ ਜਾਏਗਾ ਨਾ ਜੀ, ਲੱਖ ਬੰਦਾ ਹੋ ਜਾਏਗਾ। 1,17,000 1,17,000 ਬੰਦਾ ਉੱਥੇ ਬੈਠ ਸਕਦਾ ਵਾ, ਵਾਰੋ ਵਾਰੀ ਬੈਠ ਸਕਦਾ ਵਾ। ਇਸ ਕਰਕੇ ਸਾਨੂੰ ਅਸਲ ਤਾਂ ਉੱਥੇ ਜਾ ਕੇ ਬਹਿਣਾ ਚਾਹੀਦਾ ਸੀਗਾ, ਪਰ ਕਿਉਂਕਿ ਪੋਲੀਟੀਕਲ ਲੀਡਰਸ਼ਿਪ ਮੈਂ ਸਮਝਦਾ ਵਾਂ ਕਿ ਦੁਚਿੱਤੀ ਜਿਹੀ 'ਚ ਪਈ ਹੋਈ ਆ, ਡਬਲ ਮਾਈਂਡਡ ਵੀ ਆ, ਘਬਰਾਉਂਦੀ ਵੀ ਆ ਕਿ ਇਹਦੇ 'ਚ ਕੀ ਇੰਨਾ ਕੁ ਉਹਨਾਂ ਦਾ ਰੋਲ ਜਿਹੜਾ ਮੈਨੂੰ ਪਰ ਤੁਹਾਡੀ ਪੁਰਾਣੀ ਜਿਹੜੀ ਪਿਛਲੀ ਪਾਰਟੀ ਹੈ ਉਹਨੇ ਤਾਂ ਹੋਰ ਹੀ ਤਰ੍ਹਾਂ ਦਾ ਰੋਲ ਨਿਭਾ ਦਿੱਤਾ ਸਰ ਪਾਰਟੀ ਮੀਟਿੰਗ ਦੇ ਵਿੱਚ। ਆਮ ਆਦਮੀ ਪਾਰਟੀ ਨੇ ਉਹ ਤਾਂ ਵਾਕਆਊਟ ਕੀਤਾ ਉਹਨਾਂ ਨੇ। 5 ਘੰਟੇ ਮੀਟਿੰਗ ਚੱਲੀ ਜੀ, ਪੌਣੇ 5 ਘੰਟੇ ਉਹ ਬੈਠੇ ਰਹੇ, ਸਾਰੀਆਂ ਗੱਲਾਂ ਵਿੱਚ ਲੈਕਚਰ ਕੀਤਾ। ਵਾ ਇਕੱਲਾ ਭਗਵੰਤ ਮਾਨ ਹੀ 30 ਮਿੰਟ ਲੈ ਗਿਆ ਉੱਥੇ, 35 ਮਿੰਟ ਬੋਲਿਆ, ਸਾਰੇ ਬੋਲੇ, ਸਾਰੀਆਂ ਗੱਲਾਂ ਨਾਲ ਉੱਥੇ ਸਹਿਮਤੀ ਜਤਾਈ। ਉਹ ਜਿੱਦਾਂ ਮਨ ਬਣਾ ਕੇ ਆਏ ਸੀਗੇ ਕਿ ਅਸੀਂ ਐਂਡ ਵਿੱਚ ਵਾਕਆਊਟ ਕਰਨਾ ਵਾ, ਬਹਾਨਾ ਬਣਾ ਕੇ। ਉਹਨਾਂ ਨੇ ਬਹਾਨਾ ਕੀ ਬਣਾਇਆ ਨੀਲ ਜੀ? ਉਹ ਕਹਿੰਦੇ ਜੀ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕੁਝ ਪੰਜਾਬ ਪੁਲਿਸ ਦੀਆਂ ਬਟਾਲੀਅਨਸ ਉੱਥੇ ਭੇਜਣੀਆਂ ਚਾਹੀਦੀਆਂ, ਸਿੰਘੂ ਤੇ ਕੁੰਡਲੀ ਬਾਰਡਰ ਤੇ ਹਿਫਾਜ਼ਤ ਲਈ ਭੇਜਣੀਆਂ ਚਾਹੀਦੀਆਂ। ਆਪਾਂ ਪੁਲਿਸ ਜੇ ਫਰਜ਼ ਕਰੋ ਕੋਈ ਰੇਡ ਕਰਨ ਲਈ ਭੇਜਦੇ ਨਾ, ਤੇ ਉਹਨਾਂ ਨੂੰ ਉੱਥੇ ਲੋਕਲ ਥਾਣੇ ਨੂੰ ਇਨਫੋਰਮ ਕਰਨਾ ਪੈਂਦਾ, ਉੱਥੋਂ ਦੀ ਪੁਲਿਸ ਨੂੰ ਨਾਲ ਲੈਣਾ ਪੈਂਦਾ ਕਿਸੇ ਹੋਰ ਸੂਬੇ ਜਾਣ ਵਾਸਤੇ। ਰਾਈਟ। ਔਰ ਵੈਸੇ ਵੀ ਸੰਵਿਧਾਨ ਇਹ ਅਲਾਉ ਹੀ ਨਹੀਂ ਕਰਦਾ ਕਿ ਕਿਸੇ ਇੱਕ ਸਟੇਟ ਦੀ ਪੁਲਿਸ ਐਡੀ ਵੱਡੀ ਤਾਦਾਦ, ਦੇਖੋ 2 4 10 20 50 ਬੰਦੇ ਚੱਲ ਜਾਣ ਪੁਲਿਸ ਵਾਲੇ, ਇਟਸ ਅੰਡਰਸਟੂਡ। ਉਹ ਤਾਂ ਸਿਕਿਉਰਿਟੀ ਪਰਪਸ ਵਾਸਤੇ ਜਾਂਦੇ ਹੀ ਨੇ। ਅਮਰਿੰਦਰ ਨੇ ਇਹਨਾਂ ਨੂੰ ਸਵਾਲ ਪੁੱਛਿਆ ਆਮ ਆਦਮੀ ਵਾਲਿਆਂ ਨੂੰ ਕਿ ਇਹ ਕੱਲ੍ਹ ਦਾ ਮੈਨੂੰ ਜਵਾਬ ਦਿਓ ਕਿ ਕੱਲ੍ਹ ਨੂੰ ਜੇ ਪੰਜਾਬ 'ਚ ਕੋਈ ਇੱਦਾਂ ਦੇ ਹਾਲਾਤ ਪੈਦਾ ਹੋ ਜਾਣ ਤੇ ਹਰਿਆਣੇ ਦੀ ਪੁਲਿਸ ਸਾਡੇ ਪੰਜਾਬ ਵਿੱਚ ਆਣ ਕੇ ਬੈਠ ਜੇ, ਤੁਸੀਂ ਪਰਮਿਸ਼ਨ ਦਿਓਗੇ? ਨਹੀਂ, SYL ਤੇ ਬਿਠਾ ਸਕਦੇ ਨੇ ਉਹ। ਹਾਂ, ਔਰ ਤੁਸੀਂ ਕਹਿੰਦਾ ਸਾਡੀ ਨਹਿਰ ਪੁੱਟੀ ਜਾਣੀ ਹੈ। ਤੁਸੀਂ ਤਾਂ ਫਿਰ ਫੈਡਰਲ ਢਾਂਚੇ ਨੂੰ ਆਪ ਹੀ ਕਮਜ਼ੋਰ ਕਰ ਰਹੇ ਹੋ। ਤੁਸੀਂ ਅਧਿਕਾਰ ਦੇ ਰਹੇ ਹੋ ਕਿਸੇ ਹੋਰ ਸਟੇਟ ਦੀ ਪੁਲਿਸ ਨੂੰ ਕਿ ਸਾਡੇ ਸੂਬੇ ਵਿੱਚ ਆਣ ਕੇ ਬਹਿ ਜਾ। ਇੱਕ ਪਾਸੇ ਆਪਾਂ ਕਹਿੰਦੇ ਕਿ ਸੂਬਿਆਂ ਦੇ ਅਧਿਕਾਰਾਂ ਦੇ ਉੱਤੇ ਡਾਕਾ ਮਾਰੀਆਂ ਸਰਕਾਰਾਂ, ਸੋ ਦੇਅਰਫੋਰ ਉਹਨਾਂ ਦੀ ਤਾਂ ਅਟਰ ਕਨਫਿਊਜ਼ਨ ਸੀਗੀ। ਇੱਦਾਂ ਹੀ ਨਾ, ਦੈਟਸ ਵਾਟ ਆਈ ਐਮ ਸੇਇੰਗ। ਤੁਸੀਂ ਪਿਛਲੇ ਕੁਝ ਮਹੀਨਿਆਂ ਦਾ ਸਾਰੀਆਂ ਮੇਨ ਪੋਲੀਟੀਕਲ ਪਾਰਟੀਆਂ ਦਾ ਉਹਨਾਂ ਦਾ ਤੁਸੀਂ ਜਿਹੜਾ ਐਕਟੀਵਿਟੀ ਦੇਖੋ, ਕਾਂਗਰਸ ਦੀ ਐਕਟੀਵਿਟੀ ਧਿਆਨ ਨਾਲ ਦੇਖੋ। ਉਹ ਟਰੈਕਟਰ ਮਾਰਚ ਪੰਜਾਬ ਦੇ ਵਿੱਚ ਕੱਢਦੇ ਨੇ, ਜਾਂ ਤਾਂ ਹੋਵੇ ਨਾ ਕਿ ਉਹ ਪਾਰਲੀਮੈਂਟ ਨੂੰ ਘੇਰਦੀ ਹੈ, ਕਾਂਗਰਸ ਨੈਸ਼ਨਲ ਪਾਰਟੀ ਆ, ਜਾਂ ਉਹ ਕੋਈ ਏਡਾ ਦਬਾਅ ਬਣਾ ਰਹੀ ਆ ਮੋਦੀ ਦੇ ਉੱਤੇ। ਪੰਜਾਬ ਦੇ ਵਿੱਚ ਟਰੈਕਟਰ ਮਾਰਚ ਨੂੰ ਕੱਢਣ ਦਾ ਕੀ ਮਤਲਬ ਸੀਗਾ? ਉੱਥੇ ਇੱਥੇ ਤਾਂ ਪੰਜਾਬ ਦੇ ਵਿੱਚ ਸਰਕਾਰ ਵੀ ਕਾਂਗਰਸ ਦੀ ਹੈ। ਜੇ ਆਪਾਂ ਗੱਲ ਕਰੀਏ ਅਕਾਲੀ ਦਲ ਦੀ, ਉਹ ਅੰਮ੍ਰਿਤਸਰ ਤੋਂ ਅਕਾਲ ਤਖ਼ਤ ਤੋਂ ਮਾਰਚ ਚਲਾ ਕੇ ਵੱਡੀਆਂ ਗੱਡੀਆਂ ਦੇ ਵਿੱਚ ਤੇ ਗਵਰਨਰ ਦੇ ਮੱਥੇ ਲੱਗਦੇ ਨੇ ਆਣ ਕੇ। ਇੱਥੇ ਆਉਣ ਦਾ ਕੀ ਮਤਲਬ ਹੈ ਜੀ? ਆਮ ਆਦਮੀ ਪਾਰਟੀ ਗ੍ਰਾਮ ਸਭਾ ਦੇ ਮਤੇ ਇਕੱਠੇ ਕਰਨ ਲੱਗੇ। ਮੈਂ ਪੁੱਛਣਾ ਚਾਹੁੰਦਾ ਉਹ ਗ੍ਰਾਮ ਸਭਾ ਦੇ ਮਤੇ ਕਿੱਥੇ ਨੇ? ਕੀ ਮਤੇ ਇਕੱਠੇ ਕਰਕੇ ਆਪਾਂ ਕੋਈ ਸੁਪਰੀਮ ਕੋਰਟ ਵਿੱਚ ਪਟੀਸ਼ਨ ਪਾਈ? ਦੇਅਰਫੋਰ ਇਹ ਪੋਲੀਟੀਕਲ ਪਾਰਟੀਆਂ ਦੀ ਅਟਰ ਕਨਫਿਊਜ਼ਨ ਸੀਗੀ, ਔਰ ਉਹ ਦੇ ਵਰ ਬ੍ਰੈਫਟ ਆਫ ਆਈਡੀਆਜ਼ ਜੀ। ਅਸੂਲਨ ਉਹਨਾਂ ਨੂੰ ਬਿਲਕੁਲ ਉਸ ਧਰਨੇ ਦੇ ਵਿੱਚ, ਜੇ ਕਿਸਾਨ ਅੰਦੋਲਨ ਕਹਿੰਦਾ ਸਾਡੀ ਸਟੇਜ ਤੇ ਨਾ ਆਓ, ਨਾ ਜਾਣ, ਉਹ ਨਾਨ ਪੋਲੀਟੀਕਲਾਂ ਨੂੰ ਰਹਿਣ ਦੇਣ ਜੀ। ਬਾਕੀ ਸੜਕਾਂ ਬਥੇਰੀਆਂ ਵਿਲੀਆਂ ਪਈਆਂ ਸੀ। ਇੱਕ ਸੜਕ ਦੇ ਉੱਤੇ ਸਾਰੀ 117 MLA ਤੇ 13 ਲੋਕ ਸਭਾ ਦੇ ਮੈਂਬਰ ਤੇ 7-8 ਰਾਜ ਸਭਾ ਦੇ ਜਾ ਕੇ ਬੈਠਦੇ, ਆਪੇ ਮਸਲਾ ਹੱਲ ਹੋ ਜਾਣਾ ਸੀ। ਜੀ ਖੈਰ ਸਾਹਿਬ, 2 ਸਵਾਲ ਨੇ ਤੇ ਜੋ ਇੰਟਰਵਿਊ ਦੇਖ ਰਹੇ ਨੇ ਦਰਸ਼ਕੋ ਕਾਫੀ ਸਮਾਂ ਲੈ ਲਿਆ, ਤੁਹਾਡਾ ਡਾਟਾ ਵੀ ਬੜਾ ਕੀਮਤੀ ਹੁੰਦਾ। ਇਹ 2 ਸਵਾਲ ਜ਼ਰੂਰ ਸੁਣ ਕੇ ਜਾਇਓ, ਬੜੇ ਇੰਪੋਰਟੈਂਟ ਨੇ। ਖੈਰ ਸਾਹਿਬ, ਤੁਸੀਂ ਕਿਹਾ ਕਿ ਪੰਜਾਬ ਦੀਆਂ, ਮੇਰੀ ਗੱਲ ਨਾਲ ਤੁਸੀਂ ਸਹਿਮਤੀ ਪ੍ਰਗਟ ਕੀਤੀ ਕਿ ਪੰਜਾਬ ਦੀਆਂ ਸਿਆਸੀ ਧਿਰਾਂ ਜਿਹੜੀਆਂ ਹੈਗੀਆਂ ਨੇ ਉਹ ਵੀ ਅਸੁਰੱਖਿਅਤ ਫੀਲ ਕਰ ਰਹੀਆਂ ਨੇ ਆਪਣੇ ਆਪ ਨੂੰ। ਤੁਹਾਡਾ ਥਰਡ ਫਰੰਟ ਦਾ ਸੁਪਨਾ ਸੀ ਜਿਹੜਾ ਪਿਛਲੇ 2-3 ਸਾਲਾਂ ਤੋਂ ਚੱਲ ਰਿਹਾ ਸੀ, ਤੁਸੀਂ ਆਪਣੀ ਸਥਿਤੀ ਕੀ ਮੰਨਦੇ ਹੋ? ਤੁਸੀਂ ਵੀ ਇਨਸਿਕਿਉਰ ਫੀਲ ਕਰਦੇ ਹੋ ਜਾਂ ਤੁਹਾਨੂੰ ਵੀ ਲੱਗਦਾ ਕਿ ਤੁਹਾਡਾ ਭਵਿੱਖ ਵੀ ਡਾਮਾਡੋਲ ਹੁੰਦਾ ਲੱਗਦਾ ਕਿ ਹੁਣ ਕਿਸ ਸ਼ੇਪ 'ਚ ਥਰਡ ਫਰੰਟ ਆਏਗਾ? ਦੇਖੋ, ਹਲੇ ਆਪਾਂ ਜੇ ਕਹਿ ਦਈਏ ਨਾ ਆਪਾਂ ਥਰਡ ਜਾਂ ਫੋਰਥ ਫਰੰਟ ਦੀ ਗੱਲ ਇਹਨਾਂ ਦਿਨਾਂ 'ਚ ਕਰੀਏ ਜਦੋਂ ਸਾਡੇ ਉੱਥੇ ਲੋਕ ਲੱਖਾਂ ਦੀ ਤਾਦਾਦ ਬੈਠੇ ਨੇ, ਮਰ ਰਹੇ ਨੇ, ਚੱਕ ਕੇ ਜੇਲ੍ਹਾਂ 'ਚ ਦਿੱਤੇ ਜਾ ਰਹੇ ਨੇ, ਗੋਲੀ ਮਾਰ ਕੇ ਮਾਰ ਦਿੱਤੇ ਗਏ ਨੇ, ਇਹ ਉੱਦਾਂ ਹੀ ਹਲੇ ਸਾਨੂੰ ਸੁੱਝਦੀ ਨਹੀਂ ਗੀ। ਔਰ ਜੇ ਮੈਂ ਕਹਿਣਾ ਚਾਹੁੰਦਾ ਕਿ ਜੇ ਪੰਜਾਬ ਦਾ ਭਵਿੱਖ ਹੀ ਸਿਕਿਉਰ ਨਹੀਂਗਾ ਤੇ ਫਿਰ ਇੱਥੇ ਰਾਜਨੀਤੀ ਕਰਕੇ ਸਿਕਿਉਰਿਟੀ ਕੀ ਭਾਲੋਗੇ ਤੁਸੀਂ? ਜੇ ਫਰਜ਼ ਕਰੋ ਕੇਂਦਰ ਇੱਥੇ ਤੱਕ ਆ ਗਈ ਆ ਕਿ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਬਦਲਾਖੋਰੀ ਕਰਨੀ ਆ, ਅਸੀਂ ਦੁਸ਼ਮਣੀ ਕੱਢਣੀ ਆ, ਜੰਮੂ ਕਸ਼ਮੀਰ ਵਾਂਗੂ ਇਹ ਸੂਬਾ ਤੋੜ ਦੇਣਾ ਵਾ, ਤੇ ਫਿਰ ਤੁਸੀਂ ਰਾਜਨੀਤੀ 'ਤੇ ਕੀ ਕਰੋਗੇ? ਸੋ ਦੇਅਰਫੋਰ ਆਈ ਪਰਸਨਲੀ ਫੀਲ ਕਿ ਪਹਿਲਾ ਜਿਹੜਾ ਜ਼ਿੰਮੇਵਾਰੀ ਹਰ ਪੋਲੀਟੀਕਲ ਲੀਡਰ ਦੀ ਆ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਅੰਦੋਲਨ ਦੀ ਸਪੋਰਟ ਕਰੇ, ਚਾਹੇ ਉਹ ਮੋਰਲੀ ਸਪੋਰਟ ਕਰੇ, ਚਾਹੇ ਉਹ ਫਾਈਨੈਂਸ਼ੀਅਲੀ ਸਪੋਰਟ ਕਰੇ, ਚਾਹੇ ਉਹ ਬੈਠ ਕੇ ਸਪੋਰਟ ਕਰੇ। ਮੈਂ ਤਾਂ 6-7 ਵਾਰੀ ਉੱਥੇ ਜਾ ਕੇ ਵੀ ਆਇਆ, ਔਰ ਜਿੱਦਾਂ ਦੀ ਵੀ ਹੋ ਸਕਦੀ ਆ ਉਹਦਾ ਸਪੋਰਟ ਕਰੇ, ਇਹਨਾਂ ਨੂੰ ਇਕੱਠੇ ਰੱਖੇ, ਔਰ ਅਗਰ ਹੋ ਸਕੇ ਤਾਂ ਇੱਕ ਸਾਈਡ ਬਾਏ ਸਾਈਡ ਆਪਣਾ ਇੱਕ ਵੱਡਾ ਪੋਲੀਟੀਕਲ ਪ੍ਰੈਸ਼ਰ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਅਗਰ ਕ੍ਰੀਏਟ ਕਰਨਾ ਚਾਹਣ
ਤੇ ਬਹੁਤ ਕੁਝ ਕਰ ਸਕਦੀਆਂ, ਲੇਕਿਨ ਅਨਫੋਰਚੂਨੇਟਲੀ ਉਹਨਾਂ ਨੇ ਕੀਤਾ ਨਹੀਂ ਹਾਲੇ ਤੱਕ। ਆਖਰੀ ਸਵਾਲ ਹੈ, ਆਮ ਆਦਮੀ ਪਾਰਟੀ ਜਿਹੜੀ ਹੈ ਉਹ ਮੁੜ ਕੇ ਦਿੱਲੀ ਤੋਂ ਵਿਹਲੀ ਹੋ ਕੇ ਪੰਜਾਬ 'ਚ ਨਵੀਆਂ ਅਪਾਇੰਟਮੈਂਟ ਕਰਨ, ਨਵੇਂ ਕੋ ਪ੍ਰੈਜ਼ੀਡੈਂਟ ਲਗਾਉਣ, ਨਿੱਤ ਅੱਜ ਵੀ ਨਵੇਂ ਕੁਝ ਬੰਦੇ ਸ਼ਾਮਲ ਕੀਤੇ ਨੇ, ਬੰਦੇ ਸ਼ਾਮਲ ਕਰਨ ਆਈ ਹੋਈ ਹੈ। ਉਹਨੇ ਇੱਕ ਪੋਲੀਟੀਕਲ ਮੋਮੈਂਟਮ ਫੜਿਆ ਹੋਇਆ ਸਾਰਿਆਂ ਤੋਂ ਵੱਖਰੇ ਜਾਂਦੇ ਹੋਏ, ਜਿਵੇਂ ਕਿ ਉਹ ਆਸਵੰਦ ਹੋਣਗੇ ਦੁਬਾਰਾ ਫਿਰ ਪੰਜਾਬੀ, ਹੁਣ ਫਿਰ ਉਖੜਿਆ ਫਿਰਦਾ ਪੰਜਾਬ, ਹੁਣ ਫਿਰ ਉਖੜੇ ਹੋਏ ਪੰਜਾਬ ਨੂੰ ਜਿਹੜਾ ਆਪਣੇ ਬੋਝੇ ਪਾ ਲਈਏ, ਉਹਨੂੰ ਤੁਸੀਂ ਕੀ ਕਹਿਣਾ ਚਾਹੋਗੇ? ਗੱਲਾਂ ਕਰ ਰਹੇ ਨੇ ਜੀ, ਦੇ ਹੈਵ ਫੇਲਡ ਟੂ ਐਨਾਲਾਈਜ਼ ਦ ਸਿਚੁਏਸ਼ਨ ਪ੍ਰੋਪਰਲੀ। ਦੋ ਪਾਰਟੀਆਂ ਨੂੰ ਬਹੁਤ ਵੱਡਾ ਨੁਕਸਾਨ ਹੋਇਆ। ਇੱਕ ਹੋਇਆ ਅਕਾਲੀ ਦਲ ਨੂੰ ਜੀ, ਕਿਉਂਕਿ ਅਕਾਲੀ ਦਲ ਤਾਂ ਪਹਿਲੇ ਨੁਕਸਾਨ ਸੀ ਉਹਨਾਂ ਦਾ ਇਸ ਅੰਦੋਲਨ ਵਿੱਚ। ਉਹਨਾਂ ਦਾ ਕੋਰ ਕੇਡਰ ਸੀਗੇ ਕਿਸਾਨ ਤੇ ਸਿੱਖ, ਬਿਲਕੁਲ, ਤੇ ਦੋਨੋਂ ਹੀ ਬੈਠੇ ਨੇ ਦਿੱਲੀ, ਬਿਲਕੁਲ। ਜਿਹੜਾ ਆਮ ਆਦਮੀ ਪਾਰਟੀ ਕਹਿੰਦੀ ਸੀ ਇੱਕ ਪਰਿਵਰਤਨ ਲੈ ਕੇ ਆਉਣਾ, ਜਿਹੜੇ ਪਰਿਵਰਤਨ ਲਿਆਉਣ ਵਾਲੇ ਲੋਕ ਆ ਉਹ ਤਾਂ ਸਾਰੇ ਦਿੱਲੀ ਬੈਠੇ ਨੇ ਜੀ। ਇੱਥੇ ਐਵੇਂ ਕਿਤੇ ਨਿੱਕੇ ਮੋਟੇ ਕਲਾਕਾਰ ਨੂੰ ਜੁਆਇਨ ਕਰਾ ਲਿਆ, ਕੋਈ MC ਲੈਵਲ ਦੇ ਬੰਦੇ ਨੂੰ ਜੁਆਇਨ ਕਰਾ ਲਿਆ, MC ਦੀਆਂ ਚੋਣਾਂ ਲੜ ਲੀਆਂ। ਆ ਚੋਣਾਂ ਦੇ ਰਿਜ਼ਲਟ ਆਈ ਜਾਣੇ, ਮੈਨੂੰ ਲੱਗਦਾ 14 ਫਰਵਰੀ ਨੂੰ ਤੁਹਾਡੇ 14 ਨੂੰ ਵੋਟਾਂ ਪੈਣੀਆਂ, 18-19 ਨੂੰ ਰਿਜ਼ਲਟ ਆਉਣਾ, 19 ਨੂੰ ਰਿਜ਼ਲਟ ਆਈ ਜਾਣਾ, ਇਹਨਾਂ ਨੂੰ ਪਤਾ ਲੱਗ ਜੂਗਾ। ਉਧਰ ਬੰਦੇ ਮਰ ਰਹੇ ਨੇ, ਇਹਨਾਂ ਨੂੰ ਚੋਣਾਂ ਦੀ ਪਈ ਆ। ਔਰ ਚੋਣਾਂ ਵੀ ਕੀ ਆ, ਇਹਨਾਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਕੋਈ ਸਟੇਕ ਨਹੀਂ ਗੀ। ਅੱਜ ਮੈਂ ਬਿਆਨ ਪੜ੍ਹ ਰਿਹਾ ਸੀ, ਇਹਨਾਂ ਦੇ ਲੀਡਰ ਦੀ ਪੈਰਾਮਿਲਟਰੀ ਫੋਰਸਸ ਲਾਈਆਂ ਜਾਣ। ਵੀ ਤੁਸੀਂ ਦੱਸੋ ਤੁਹਾਡੀ ਹੈ ਕਿ ਇੱਥੇ ਪੋਜੀਸ਼ਨ ਕੀ ਹੈ ਪੰਜਾਬ ਦੇ ਵਿੱਚ, ਕੋਈ MC ਜਿੱਤਣ ਯੋਗ ਵੀ ਹੈ? ਦੇਅਰਫੋਰ ਇਹ ਆਮ ਆਦਮੀ ਪਾਰਟੀ ਉਨੀ ਤਿੜਕੀ ਆ, ਉਨੇ ਲੋਸ ਵਿੱਚ ਜਿੰਨੀ ਅਕਾਲੀ ਦਲ ਹੈ। ਇਹਨਾਂ ਸਾਰਿਆਂ ਨਾਲੋਂ ਮੈਂ ਸਮਝਦਾ ਕਿ ਭਾਵੇਂ ਉਹ ਮੈਂ ਉਹਨਾਂ ਦਾ ਕੱਟੜ ਵਿਰੋਧੀ ਰਿਹਾ ਵਾਂ, ਪਰ ਲੇਕਿਨ ਕੈਪਟਨ ਅਮਰਿੰਦਰ ਸਿੰਘ ਨੇ ਇਸ ਸਾਰੀ ਸਿਚੁਏਸ਼ਨ ਨੂੰ ਫਿਰ ਵੀ ਇਹਨਾਂ ਸਾਰਿਆਂ ਨੂੰ ਬੈਟਰ ਡੀਲ ਕੀਤਾ। ਉਹਨੇ ਪੰਜਾਬ ਦੇ ਵਿੱਚ ਕੋਈ ਪਰਚੇ ਨਹੀਂ ਦਰਜ ਕੀਤੇ, ਉਹਨੇ ਪੰਜਾਬ ਦੇ ਵਿੱਚ ਕਿਸੇ ਨੂੰ ਡਾਂਗ ਨਹੀਂ ਮਾਰੀ, ਉਹਨੇ ਪੰਜਾਬ ਦੀ ਵਿਧਾਨ ਸਭਾ ਵਿੱਚ ਮਤਾ ਪਾਸ ਕਰਕੇ ਜਿੰਨੇ ਜੋਗਾ ਉਹ ਸੀਗਾ ਉਸਨੇ ਇਹਦਾ ਵਿਰੋਧ ਕਰਤਾ। ਸੋ ਇਹ ਸਾਰੇ ਐਵੇਂ ਜਿਹੜੇ ਨੇ ਇਹ ਕੀ ਕਹਿੰਦੇ ਹੁੰਦੇ ਕਿ ਪੋਲੀਟੀਕਲ ਗਿਮਿਕਰੀ ਕਰ ਰਹੇ ਨੇ ਜੀ। ਜਨ ਇੱਕ ਵੈਸੇ ਮੈਂ ਆਖਰੀ ਸਵਾਲ ਕਿਹਾ ਸੀ ਕਿ ਜਨ ਇੱਕ ਸਵਾਲ ਮੈਂ ਕਿਹਾ ਰਹਿ ਨਾ ਜਾਵੇ, ਕਿਉਂਕਿ ਪੰਜਾਬ ਦੀ ਰਾਜਨੀਤੀ ਨਿੱਤ ਬਦਲ ਰਹੀ ਹੈ। ਰਾਜਾ ਵੜਿੰਗ ਜੋ ਕਿ ਕਾਂਗਰਸ ਦੇ MLA ਨੇ, ਤੁਹਾਡੇ ਪੁਰਾਣੇ ਸਾਥੀ ਨੇ ਕਾਂਗਰਸ ਵੇਲੇ ਦੇ, ਉਹਨਾਂ ਦੇ ਪਰਿਵਾਰ ਦੇ ਇੱਕ ਮੈਂਬਰ ਦੇ ਉੱਤੇ, ਕਰੀਬੀ ਰਿਸ਼ਤੇਦਾਰ ਦੇ ਉੱਤੇ ਦੋਸ਼ ਲੱਗੇ ਨੇ ਕਿ ਇੱਕ ਵਪਾਰੀ ਨੇ ਜਿਹੜੀ ਖੁਦਕੁਸ਼ੀ ਕੀਤੀ ਹੈ, ਉਹਦੇ ਕਾਰਨ ਕੋਈ ਕਰਪਸ਼ਨ ਦਾ ਨੂੰ ਲੈ ਕੇ ਆਇਆ ਹੋਇਆ। ਤੇ ਰਾਜਾ ਵੜਿੰਗ ਉਸ ਤੋਂ ਇਤਫਾਕਵਸ 2 ਦਿਨ ਪਹਿਲਾਂ ਸਾਬਕਾ ਡਿਪਟੀ ਮੁੱਖ ਮੰਤਰੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਖਰਾ ਬੜੇ ਹੀ ਜਾਤੀ ਜਿਹੜੇ ਕਮੈਂਟ ਕਰਦੇ ਵੀ ਨਜ਼ਰ ਆਏ ਸੀ। ਮੈਂ ਦੇਖਿਆ ਉਹ ਬੜਾ ਮਾੜੀ ਗੱਲ ਹੋਈ ਜੀ, ਬੜੀ ਪਰਿਵਾਰ ਨਾਲ ਹਮਦਰਦੀ ਆ। ਦੇਖੋ 3 ਜੀ ਇੱਕ ਟੱਬਰ ਦੇ ਮਰ ਗਏ ਨੇ, ਚੌਥੀ ਹਲੇ ਬਹੁਤ ਕ੍ਰਿਟੀਕਲ ਪੋਜੀਸ਼ਨ 'ਚ ਜੀ। ਅਸੂਲਨ ਤਾਂ ਜਿਹੜਾ ਉਹਦਾ ਸੁਸਾਈਡ ਨੋਟ ਸੀਗਾ, ਉਹਦੇ ਵਿੱਚ ਜਿਸ ਦੇ ਨਾਮ ਨੇ ਉਹਨਾਂ ਤੇ 306 ਦਾ ਮੁਕੱਦਮਾ ਦਰਜ ਕੀਤਾ ਜਾਣਾ ਚਾਹੀਦਾ। ਪਰ ਕਿਉਂਕਿ ਪੋਲੀਟੀਕਲ ਮਾਹੌਲ ਅਕਾਲੀ ਦਲ ਵਾਲੇ ਇਦਾਂ ਦਾ ਬਣਾ ਕੇ ਗਏ ਨੇ, ਜਦੋਂ ਇਹਨਾਂ ਦੀ 10 ਸਾਲ ਸਰਕਾਰ ਸੀ, ਇਹ ਵੀ ਪੁਲਿਸ ਨੂੰ ਆਪਣਾ ਹੱਥ ਠੁੱਕਾ ਬਣਾ ਕੇ ਰੱਖਦੇ ਸੀ। ਹੁਣ ਉਸੇ ਦਾ ਹੀ ਫਾਇਦਾ ਕਾਂਗਰਸ ਦੀ ਸਰਕਾਰ ਲੈ ਰਹੀ ਆ। ਲੇਕਿਨ ਮੈਂ ਇਸ ਗੱਲ ਦਾ ਮੁੱਦਈ ਆ ਕਿ ਜਿਨ੍ਹਾਂ ਲੋਕਾਂ ਦੇ ਨਾਲ ਧੱਕਾ ਹੋਇਆ, ਜ਼ੁਲਮ ਹੋਇਆ ਵਾ, ਉਹਨਾਂ ਨੂੰ ਇਨਸਾਫ ਹਰ ਹੀਲੇ ਮਿਲਣਾ ਚਾਹੀਦਾ, ਭਾਵੇਂ ਕੋਈ MLA ਇਨਵੋਲਡ ਆ, ਭਾਵੇਂ ਕੋਈ ਮਿਨਿਸਟਰ ਇਨਵੋਲਡ ਹੋਵੇ, ਤੇ ਭਾਵੇਂ ਕੋਈ ਹੋਰ ਆਦਮੀ। ਇਸ ਗੱਲਬਾਤ ਚੋਂ ਜਿਹੜੀ ਨਿਚੋੜਵੀਂ ਗੱਲ ਇਹ ਨਿਕਲੀ ਹੈ ਕਿ ਚਾਹੀਦਾ ਇਹ ਹੈ ਕਿ ਹਾਲੇ ਵੀ ਜਿਹੜੇ ਨੇ ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੇ 30-32 ਚੋਟੀ ਦੇ ਲੀਡਰ ਨੇ, ਹਾਲੇ ਵੀ ਉਹ ਥੋੜਾ ਜਿਹਾ ਸੋਝੀ ਵਰਤਨ, ਜੁਡੀਸ਼ੀਅਲ ਪ੍ਰੋਬ ਵੱਲ ਜਾਣ, ਜਿਸ ਵੱਲ ਕਿ ਖਹਿਰਾ ਸਾਹਿਬ ਨੇ ਬਹੁਤ ਹੀ ਜ਼ੋਰ ਦੇ ਕੇ ਇਸ਼ਾਰਾ ਵੀ ਕੀਤਾ ਹੈ। ਤੇ ਜੋ ਮੇਰੇ ਖਿਆਲ ਗੱਲ ਵੀ ਬਹੁਤ ਸਿਆਣੀ ਹੈ, ਬਜਾਏ ਕਿ ਫਲਾਣਾ ਗਦਾਰ ਹੈ, ਫਲਾਣਾ ਸਾਡੇ ਨਾਲ ਨਹੀਂ ਹੈਗਾ, ਸਾਡੀ ਨਹੀਂ ਸੁਣਦਾ ਸੀ, ਫਲਾਣੇ ਨੂੰ ਗਦਾਰ ਕਹਿ ਦਿਓ, ਫਲਾਣੇ ਨੂੰ ਹੀਰੋ ਕਹਿ ਦਿਓ, ਜਾਂ ਕੋਈ ਉਹਨਾਂ ਨੂੰ ਕਾਮਰੇਡ ਕਹੀ ਜਾਂਦਾ, ਉਹਨਾਂ ਨੂੰ ਖਾਲਿਸਤਾਨੀ ਕਹੀ ਜਾਂਦਾ। ਇਸ ਤੋਂ ਉੱਪਰ ਉੱਠ ਕੇ ਜੁਡੀਸ਼ੀਅਲ ਪ੍ਰੋਬ ਬੜੀ ਸਿਆਣੀ ਗੱਲ ਹੁੰਦੀ ਹੈ, ਕਿਉਂਕਿ ਅਗਰ ਕਾਨੂੰਨ ਦੇ ਰਸਤੇ, ਸੰਵਿਧਾਨ ਦੇ ਰਸਤੇ ਇਨਸਾਫ ਲੈਣ ਵੱਲ ਆਪਾਂ ਤੁਰੇ ਹੋਏ ਆ, ਤਾਂ ਇਹ ਮੇਰੇ ਖਿਆਲ 'ਚ ਸਭ ਤੋਂ ਇੱਕ ਸਿਆਣਾ ਰਸਤਾ ਬਚਦਾ, ਜਿਸ ਵੱਲ ਆਪਾਂ ਨੂੰ ਤੁਰਨਾ ਚਾਹੀਦਾ ਸੀ। ਤੇ ਹੁਣ ਅੱਗੇ ਛੇਤੀ ਤੁਰ ਪਾਂਗੇ ਤਾਂ ਸਿਆਣੇ ਰਹਾਂਗੇ। ਬਹੁਤ ਸ਼ੁਕਰੀਆ ਖਹਿਰਾ ਸਾਹਿਬ, ਧੰਨਵਾਦ ਜੀ।